हाँ जी, फर्स्ट ऑफ ऑल अ वेरी वार्म वेलकम चैनल पे। अब आप लोग हमारी शक्ल भी देख सकोगे क्योंकि अब कैमरा भी ला दिया है, चीज़ें थोड़ी बहुत सेट भी कर दी है और देखते हैं आगे क्या होता है। बाकी ये पहला एपिसोड पॉडकास्ट का, मैंने सोचा सबसे बढ़िया है कि अपने रूममेट्स अपने जिनके साथ रहते हैं उन्हीं के साथ शुरू करी जाए बढ़िया सी बातें। बाकी मेरे साथ मेरे फ्रेंड बैठे हैं, हरप्रीत सिंह, साथ में दीपक भाई और दीपक भाई। तो लिए शुरू करते हैं। बाकी यार दीपक भाई, वैसे मैं उत्तराखंड से हूँ, हाँ जी। बट एक बहुत बढ़िया कहावत चलती है, ਕਿਹੜੀ ਸਰ? पंजाब से बहुत से लोग कनाडा आते हैं, तो ऐसा क्या है? ਤੇ ਕੈਨੇਡਾ ਆਉਣ ਵਾਲੀ ਗੱਲ ਬਾਰੇ ਇਹ ਆ, ਲਾਈਕ ਇੱਕ ਸਪੈਸੀਫਿਕ ਪੰਜਾਬ ਨਹੀਂ ਹੈ, ਤੁਸੀਂ ਗਲਤ ਗੱਲ ਕਰ ਰਹੇ ਹੋ ਵੀ ਜਿਹੜਾ ਤੁਸੀਂ ਪੰਜਾਬ ਨੂੰ ਹਾਈਲਾਈਟ ਕਰ ਰਹੇ ਹੋ, ਠੀਕ ਹੈ। ਤੇ ਇਹਦੇ ਵਿੱਚ ਪੰਜਾਬ ਨਹੀਂ, ਹੁਣ ਤੁਸੀਂ ਆਪੇ ਪਹਿਲੀ ਗੱਲ ਕਹਿ ਕੇ ਆਪੇ ਫਸ ਗਏ। ਅੱਛਾ। ਤੁਸੀਂ ਕਿਹਾ ਵੀ ਮੈਂ ਉੱਤਰਾਖੰਡ ਤੋਂ ਆ, ਰਾਈਟ? ਜੀ। ਤੁਸੀਂ ਵੀ ਉਰੀ ਬੈਠੇ ਹੋ ਜੀ। ਤਾਂ ਤੁਸੀਂ ਇਹ ਗਲਤ ਕਹਿ ਸਕਦੇ ਹੋ। ਤੁਸੀਂ ਇਹ ਗਲਤ ਕਹਿ ਰਹੇ ਹੋ, ਪੰਜਾਬ ਤੋਂ ਨਹੀਂ। ਆਹ ਆਪਣੇ ਤੁਸੀਂ ਦੇਖ ਸਕਦੇ ਹੋ ਫਿਲੀਪੀਨਸ ਤੋਂ ਵੀ ਆਉਂਦੇ ਆ, ਹਨਾ। नहीं, मैं तो इंडिया की बात कर रहा हूँ। ਇੰਡੀਆ ਦੇ ਵਿੱਚ ਉੱਤਰਾਖੰਡ, ਸਾਊਥ ਇੰਡੀਅਨ ਕਿੰਨੇ ਨੇ ਆਪਣੇ ਉੱਥੇ, ਗੁਜਰਾਤੀ ਕਿੰਨੇ ਨੇ? सही बात है। ਡਸਨਟ ਮੈਟਰ ਬ్రో। ਨਹੀਂ ਇਹ ਤੁਹਾਡਾ ਕੁਐਸਚਨ ਗਲਤ ਆ। नहीं, बट मैंने फिर गाने भी देखे हैं ना, मतलब बढ़िया गाने। हाँ जी, हाँ जी। चक में से ਪੰਜਾਬੀ ਹੁੰਦੀ ਚੱਕ ਨੇ कत्ल करते समय पर पकड़े पंजाबी जाते हैं, हैं? ਕਿਵੇਂ ਕਿਵੇਂ? मतलब ਪੰਜਾਬੀਆਂ ਨੂੰ ਝੂਠ ਬੋਲਣਾ ਘੱਟ ਆਉਂਦਾ। ਹਾਂ ਦਿਲ ਦੇ ਸਾਫ਼ ਹੁੰਦੇ। चलो ਹੁਣ वो ਗੱਲਾਂ बढ़िया। ਇਹੀ ਨੇ। बाकी फिर प्लेन में सब बढ़िया रहा? कैसा रहा आपका एक्सपीरियंस? ਟ੍ਰੇਨ ਦਾ ਐਕਸਪੀਰੀਅੰਸ ਹਾਂ ਵਧੀਆ ਸੀਗਾ, ਕਿਉਂਕਿ ਪਹਿਲਾਂ ਜਦੋਂ ਆਉਣਾ ਸੀਗਾ ਟ੍ਰੇਨ 'ਚ ਬੈਠਣ ਦਾ ਚਾਅ ਸੀ, ਦੂਜਾ ਕੈਨੇਡਾ ਆਉਣ ਦਾ ਚਾਅ ਸੀਗਾ ਤੇ ਸਾਰਾ ਕੁਝ ਵਧੀਆ ਰਿਹਾ। ਵਧੀਆ ਇੱਥੇ ਰਿਹਾ। ਆ ਕੇ ਵੀ ਇੱਥੇ ਆ ਕੇ ਵੀ ਸਭ ਕੁਝ ਵਧੀਆ ਚੱਲਦਾ ਪਿਆ। चलो ਜਿਵੇਂ ਤੁਹਾਨੂੰ ਪਤਾ ਹੀ ਹੈ, ਪਹਿਲਾਂ ਲਾਈਕ ਇੱਕ ਡ੍ਰੀਮ ਹੁੰਦਾ ਵੀ ਬਾਹਰ ਜਾਣਾ, ਲਾਈਕ ਇੱਕ ਤਰੀਕੇ ਦਾ ਪਲੇਨ 'ਚ ਬਹਿਣਾ ਵੀ ਬਹੁਤ ਵੱਡਾ ਡ੍ਰੀਮ ਹੁੰਦਾ, ਹਨਾ। सही बात है। ਵੀ ਲਾਈਕ ਜਿਵੇਂ ਆਪਾਂ ਸਾਰੇ ਪ੍ਰੈਡਿਕਟ ਕਰਦੇ ਹੁੰਦੇ ਆ ਨਾ ਵੀ ਜਦ ਅਸੀਂ ਪਲੇਨ 'ਚ ਬੈਠਾਂਗੇ ਤਾਂ ਅਸੀਂ ਸਭ ਤੋਂ ਪਹਿਲਾਂ ਵਿੰਡੋ ਸੀਟ ਲੈਣੀ ਹੈ, ਹਨਾ। ਵੀ ਅਸੀਂ ਉੱਥੋਂ ਬੱਦਲ ਦੇਖਣੇ ਆ, ਨੀਚੇ ਦੇਖਣਾ, ਦੈਟ ਮੈਟਰਸ, ਹਨਾ। ਵੀ ਆਪਾਂ ਕੀ ਚਾਹੁੰਦੇ ਆ। ਜਿਵੇਂ ਲਾਈਕ ਮੇਰੀ ਤਾਂ ਫਲਾਈਟ ਰਾਤ ਦੀ ਸੀਗੀ, ਮੈਨੂੰ ਤਾਂ ਬੱਦਲ ਕੁਝ ਦਿਖੇ ਹੀ ਨਹੀਂ ਕਿ बादल नहीं देखे। ਇਹ ਚੀਜ਼ ਦਾ ਚਲੋ ਜ਼ਰੂਰ ਉਹ ਆ। ਤੇ ਹੁਣ ਦੀਪਕ ਵੀ ਦੱਸੋ ਬਤਾਓ। ਤੁਹਾਡਾ ਕਿਵੇਂ ਰਿਹਾ? ਮੈਂ ਤਾਂ ਬਹੁਤ ਹੀ ਜ਼ਿਆਦਾ ਐਕਸਾਈਟਡ ਸੀ, ਕਿਉਂਕਿ ਮੈਂ ਕਦੇ ਦਿੱਲੀ ਦੇਖਿਆ ਹੀ ਨਹੀਂ ਸੀ। ਈਵਨ ਕਿ ਮੈਂ ਕਦੇ ਚੰਡੀਗੜ੍ਹ ਵੀ ਨਹੀਂ ਗਿਆ ਹਜੇ ਤੱਕ। ਤੇ ਮੈਂ ਸੀਗਾ ਜ਼ਿਆਦਾਤਰ ਆਪਣੀ ਦੁਕਾਨ ਤੇ ਹੀ ਰਹਿੰਦਾ ਸੀ, ਸ਼ਾਪ ਤੇ ਹੀ ਰਹਿੰਦਾ ਸੀ, ਤੇ ਮਾੜਾ ਮੋਟਾ ਇੱਧਰ ਉੱਧਰ ਘੁੰਮ ਲੈਂਦੇ ਸੀ ਬਸ। ਤੇ ਮੈਂ ਤਾਂ ਬਾਹਲਾ ਹੀ ਜ਼ਿਆਦਾ ਐਕਸਾਈਟਡ ਸੀਗਾ ਜਦੋਂ ਮੈਂ ਦਿੱਲੀ ਆਇਆ। ਤੇ ਮੈਨੂੰ ਤਾਂ ਸੀਗਾ ਕਿ ਬਸ ਜਹਾਜ਼ 'ਚ ਜਾਣਾ, ਮੈਂ ਤਾਂ ਕੈਨੇਡਾ ਹੀ ਦਿਖਦਾ ਸੀ ਬਸ। ਕੈਨੇਡਾ ਬਸ ਬਾਹਲਾ ਹੀ ਜ਼ਿਆਦਾ, ਬਸ ਮੈਂ ਤਾਂ ਐਕਸਾਈਟਡ ਬਹੁਤ। वो बब्बू मान का गाना भी तो है, मैंने कनेडा जाना। ਨਹੀਂ ਬਟ ਇੱਕ ਗੱਲ ਇਹ ਵੀ ਆ, ਜਦ ਆਪਾਂ ਪਹਿਲੀ ਵਾਰ ਉੱਥੇ ਸੋਚਦੇ ਸੀ ਹਨਾ, जी ਲਾਈਕ ਕੈਨੇਡਾ ਦੇ ਵਿੱਚ ਜਾਣਾ ਤਾਂ ਇਹ ਕਰਾਂਗੇ ਉਹ ਕਰਾਂਗੇ, ਅੱਧੇ ਤੇ 90% ਬੰਦੇ ਉਹ ਹੁੰਦੇ ਨੇ ਜਿਹੜੇ ਪਹਿਲੇ ਵੀਕ ਦੇ ਵਿੱਚ ਆ ਕੇ ਸੋਚ ਲੈਂਦੇ ਨੇ ਬਈ ਕਿਉਂ ਆਏ। ਇਹ ਟਰੁੱਥ ਆ ਲਾਈਕ, ਹਨਾ। ਵੀ ਜਿਵੇਂ ਕਿਉਂਕਿ ਆਪਾਂ ਨੂੰ ਜਿਹੜੇ ਲੋਕਾਂ ਨੇ ਦੱਸਿਆ ਹੁੰਦਾ ਹਨਾ ਵੀ ਐਂ ਹੁੰਦਾ ਉੱਥੇ, ਇਹ ਹੁੰਦਾ, ਉਹ ਮਿੱਥ ਹੁੰਦੀ ਆ ਆਪਣੇ ਇੱਕ ਮਾਈਂਡ ਦੇ ਵਿੱਚ, ਹਨਾ। ਮਾਈਂਡ ਸੈਟ ਆਪਣਾ ਉਵੇਂ ਬਣਿਆ ਹੁੰਦਾ। ਤੇ ਜਦ ਆ ਕੇ ਬੰਦਾ ਉਰੇ ਦਾ ਲਾਈਫ ਸਟਾਈਲ ਦੇਖਦਾ ਹਨਾ, ਵੀ ਉਰੇ ਕੀ ਚੱਲ ਰਿਹਾ, ਕਿਵੇਂ ਚੱਲ ਰਿਹਾ, ਤਾਂ ਉਹਨੂੰ ਪਤਾ ਲੱਗਦਾ ਵੀ ਜੋ ਮੈਂ ਸੋਚ ਕੇ ਆਇਆ ਸੀ ਉਸ ਤੋਂ ਜੋ ਰਿਐਲਿਟੀ ਆ ਉਹ ਟੋਟਲੀ ਡਿਫਰੈਂਟ। रियलिटी डिफरेंट है। ਗਰਾਊਂਡ ਤਾਂ ਰਿਐਲਿਟੀ ਚਲੋ ਡਿਫਰੈਂਟ ਆ। ਬੰਦਾ ਇਹ ਸੋਚਦਾ ਜਦੋਂ ਹਫਤਾ ਕੋ ਰਹਿੰਦਾ ਇੱਥੇ ਜਾਂ 10 ਦਿਨ ਰਹਿੰਦਾ ਵੀ ਮੈਂ ਹਾਰਡ ਆ ਇੱਥੇ ਮੇਰੀ ਲਾਈਫ, ਬਟ ਜਦੋਂ ਫਰੈਂਡ ਸਰਕਲ ਆਪਣਾ ਬਣ ਜਾਂਦਾ, ਆਪਾਂ ਟਾਈਮ ਸਪੈਂਡ ਕਰਦੇ ਆ ਜਾਂ ਘੁੰਮਦੇ ਫਿਰਦੇ ਆ, ਫਿਰ ਕੈਨੇਡਾ ਬਹੁਤ ਵਧੀਆ ਲੱਗਣ ਲੱਗ ਪੈਂਦਾ ਹੈ। ਕਿਉਂਕਿ ਆਪਾਂ ਨੂੰ ਇੰਡੀਆ ਵੀ ਤਾਂ ਹੀ ਵਧੀਆ ਲੱਗਦਾ ਕਿਉਂਕਿ ਆਪਣੇ ਸੱਜਣ ਮਿੱਤਰ ਸਾਰੇ ਉੱਥੇ ਹੁੰਦੇ। ਡਿਪੈਂਡ ਕਰਦਾ ਤੁਸੀਂ ਕਿਹਦੇ ਕੋਲ ਜਾ ਰਹੇ ਹੋ, ਬੰਦੇ ਕਿਹੋ ਜਿਹੇ ਨੇ, ਹਨਾ, ਕਿਹੋ ਜਿਹੇ ਨਹੀਂ ਹੈਗੇ। ਤੁਹਾਨੂੰ ਵਧੀਆ ਮਿਲ ਜਾਣ ਤਾਂ ਤੁਹਾਡੀ ਲਾਈਫ ਬਹੁਤ ਵਧੀਆ ਨੇ, ਨਹੀਂ ਤਾਂ ਜੇ ਤੁਹਾਨੂੰ ਉਹੋ ਜਿਹੇ ਮਿਲ ਜਾਣ ਤਾਂ ਫਿਰ ਤੁਹਾਡੀ ਲਾਈਫ ਥੋੜੀ ਜਿਹੀ ਹੈਲ ਹੋ ਸਕਦੀ ਹੈ ਕਿ ਨਹੀਂ ਯਾਰ ਇੱਥੇ ਤਾਂ ਕੁਝ ਹੈ ਹੀ ਨਹੀਂ। नहीं सही बात है। बंदे तो यार कुछ ਡਿਪੈਂਡ ਕਰਦਾ ਤੁਸੀਂ ਜਾ ਕਿਹਦੇ ਕੋਲ ਰਹੇ ਹੋ। ਤੁਹਾਨੂੰ टेढ़े भी बड़े मिलते हैं। ਹੁਣ ਜਿਵੇਂ ਦਿਗੰਬਰ ਜਦ ਆਪਾਂ ਆਏ ਸੀ ਹਨਾ, ਤੁਸੀਂ ਪਹਿਲੀ ਵਾਰ ਆਪਣੇ ਬਾਰੇ ਸ਼ੇਅਰ ਕੀਤਾ ਸੀਗਾ ਵੀ ਤੁਹਾਡੇ ਨਾਲ ਜੋ ਹੋਇਆ, ਲਾਈਕ ਤੁਸੀਂ ਫਸਟ ਟਾਈਮ ਆਏ ਹਨਾ। ये तो है यार, ਉਹ ਬੜੀ ਵਧੀਆ ਇੰਟਰਸਟਿੰਗ ਇੱਕ ਕਹਾਣੀ ਹੈ ਜਿਹੜੀ वो तो है यार, वो तो है। ਕੀਤੀ। मैं कहना ਤੁਸੀਂ ਇਹਨਾਂ ਨਾਲ ਵੀ ਸ਼ੇਅਰ ਕਰੋ ਸਾਰਿਆਂ बिल्कुल। जब हुआ यूँ, मैं आया था अराउंड 2 और 3 सितंबर 2018 को कनाडा। फिर मैं उधर शहर से आया कैम्ब्रिज, 5 या 6 सितंबर की बात है। उबर ली थी मैंने, $160 दिए थे। $160 $160 दे के मैं आया। अगले दिन मैं, उससे पहले की बात है, मैं जब घर देखने आया था, 5-6 सितंबर की बात है, तो शाम हो गई, कॉलेज में रजिस्ट्रेशन मेरा हुआ नहीं, 4 बज गए। आपको पता ही है रजिस्ट्रेशन की भीड़ कितनी तगड़ी होती है। वो 5-6 बज गए शाम के। मैं पहुंचा कैम्ब्रिज सेंटर, पता नहीं किस तरीके से बस वाली ने या किसी ने लिफ्ट लेके मैं पहुंचा वहाँ पे। तो शाम हो गई। अब शाम को क्योंकि बस से आने में 4 घंटे लगते हैं, स्कारब्रो से 4 घंटे की वो है बस से। तो मुझे एक भैया दिख गए वहाँ पे। मैं क्या, लग तो इंडियन ही रहे हैं। मैं क्या, ऐसे शहर है थोड़ा गोरों वाला है, यहाँ तो कोई दिखेगा भी नहीं मुझे। मैं क्या, कहीं यार सोना ना पड़ जाए कहीं, क्या बोलते हैं, कहीं फुटपाथ टाइप की चीज़ों पे। वो भैया दिख गए मेरे को।
मैं उनके पास सीधा चला गया, मैंने अपने हाथ जोड़ दिया, मैं कहा भैया मेरे पास कुछ भी नहीं है, ना पैसे है ना कुछ है, मैं वापस स्कारबरो नहीं जा सकता, अब स्कारबरो नहीं जाऊंगा, मेरे को कहीं आज एक दिन रहने के लिए जगह दे दो। उन्होंने रख लिया, उन्होंने रखा, उन्होंने खाना खिलाया, सुबह उठा के फिर बोला खाना खा के फिर कॉलेज भेजा, फिर रजिस्ट्रेशन हुई। ਤੁਸੀਂ ਦੱਸਿਆ ਸੀਗਾ ਵੀ ਉਹ ਹੈਗੇ ਵੀ ਪੰਜਾਬੀ ਸੀ। नहीं दिल्ली गए थे, दिल्ली गए। ਪੰਜਾਬੀ ਸੀ। ਦਿੱਲੀ ਕੇ ਪੰਜਾਬੀ ਥੇ। ਹਾਂ ਦਿੱਲੀ ਵਾਲੇ ਪੰਜਾਬੀ ਸੀਗੇ ਉਹ। ਤੇ ਲਾਈਕ ਹਨਾ ਉਵੇਂ ਹੀ ਆਪਣਾ ਵੀ ਇੱਕ ਵਾਕਿਆ ਬਹੁਤ ਆ ਹਨਾ ਜਿਹੜਾ ਕਾਫੀ ਲਾਈਕ ਹਨਾ ਅਟੈਚਡ ਆ। ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਇੱਕ ਵਾਰ ਲਾਈਕ ਅਸੀਂ ਲੇਟ ਹੋ ਗਏ ਸੀ, ਅਸੀਂ ਤੁਹਾਨੂੰ ਪਤਾ ਬਰੈਂਪਟਨ ਰਹਿੰਦੇ ਹੁੰਦੇ ਸੀ ਜ਼ਿਆਦਾ जी 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 जी। ਤੇ ਸਾਡੇ ਕੋਲ ਰਹਿਣ ਨੂੰ ਕੋਈ ਜਗ੍ਹਾ ਨਹੀਂ ਸੀਗੀ। ਰਾਤ ਦੇ 10 ਵਜੇ ਵੇ ਸਾਡੀ ਕਲਾਸਿਸ ਖਤਮ ਹੋ ਰਹੀਆਂ ਸੀਗੀਆਂ ਤੇ ਤੁਸੀਂ ਸਾਨੂੰ ਹਨਾ ਹੈਲਪ ਕੀਤੀ ਸੀਗੀ, ਆਪਣੇ ਘਰੇ ਲੈ ਕੇ ਗਏ ਸੀ ਤੇ ਅਸੀਂ ਉਹ ਪੂਰਾ ਤੁਹਾਡੇ ਨਾਲ ਰਹੇ ਸੀ ਜੀ ਜੀ ਜੀ। ਤੁਹਾਡੇ ਘਰ ਦੇ ਵਿੱਚ। ਮੰਨਿਆ ਕਿ ਜ਼ਿਆਦਾ ਵਧੀਆ ਨਹੀਂ ਸੀਗਾ ਬਟ ਹਾਰਰ ਮੂਵੀ ਵਾਲੀ ਫੀਲ ਆ ਰਹੀ ਸੀ ਬਟ ਫਿਰ ਵੀ ਹਨਾ ਬਹੁਤ ਵਧੀਆ ਲੱਗਿਆ ਸੀਗਾ ਵੀ ਤੁਸੀਂ ਹਨਾ ਇੰਨਾ ਕੀਤਾ, ਕਿਉਂਕਿ ਲਾਈਕ ਦੂਸਰੇ ਦੇਸ਼ ਦੇ ਵਿੱਚ ਬੰਦਾ ਇੰਨਾ ਪ੍ਰਿਡਿਕਟ ਨਹੀਂ ਕਰਦਾ ਹੁੰਦਾ ਕਿਸੇ ਤੋਂ ਵੀ ਕੋਈ ਤੁਹਾਨੂੰ ਇੰਨਾ ਕਰੂਗਾ ਹਨਾ, ਤੇ ਉਹ ਚੀਜ਼ ਬਹੁਤ ਵਧੀਆ ਸੀਗੀ। मैं तो शुरुआत ही पहले से ऐसे से हुई, किसी ने मुझे अपने घर रख लिया। बाकी आप बताओ दीपो भाई कहाँ रहे सबसे पहले? ਮੈਂ ਤਾਂ ਕੀ ਕਹਾਂ ਹੁਣ, ਮੈਂ ਕੈਨੇਡਾ ਆਇਆ ਸੀ ਪਰ ਉਹ ਸੀਗਾ ਅਪਾਰਟਮੈਂਟ ਇੱਕ, ਤੇ ਉਹ ਤਾਂ ਸੀਗਾ 2 ਬੰਦਿਆਂ ਦੇ ਨਾਮ ਲੀਸ ਚ, ਪਰ ਉੱਥੇ ਅਸੀਂ ਰਹਿ 6 ਜਾਣੇ ਰਹੇ ਸੀਗੇ। ਤੇ ਮੈਂ ਕਦੇ ਸੁਣਿਆ ਨਹੀਂ ਸੀ ਕਿ ਇੱਥੇ ਮੱਛਰ ਵਗੈਰਾ ਵੀ, ਬਗਸ ਵਗੈਰਾ ਵੀ ਕੋਈ ਚੀਜ਼ ਹੁੰਦੀ, ਮੈਨੂੰ ਪਤਾ ਨਹੀਂ ਸੀ ਬਗਸ ਕੋਈ ਚੀਜ਼ ਹੁੰਦੀ ਆ। ਤੇ ਉਹ ਜਦੋਂ ਮੈਂ ਸੁੱਤਾ ਤੇ ਉਹ ਮੈਨੂੰ ਕਹਿੰਦੇ ਤੂੰ ਆਪਣਾ ਨਵਾਂ ਗੱਦਾ ਗੁੱਦਾ ਲਿਆ, ਉੱਥੇ ਪੈ ਹਨਾ। ਤੇ ਰਾਤ ਨੂੰ ਨਾ ਉਹ ਗੱਲਾਂ ਕਰਦੀ, ਯਾਰ ਮੇਰੇ ਕੁਛ ਲੜ ਗਿਆ, ਮੇਰੇ ਕੁਛ ਆਹ ਲੜ ਗਿਆ। ਮੈਂ ਯਾਰ ਕੀ ਲੜ ਗਿਆ ਹਨਾ, ਕੀ ਤੁਹਾਡੇ ਹੋ ਗਿਆ? ਤੇ ਉਹ ਕਹਿੰਦੇ ਯਾਰ ਇੱਥੇ ਬਗਸ ਆ। ਤੇ ਮੈਂ ਕੀ ਹੁੰਦੇ ਆ ਇਹ, ਮੈਂ ਵੀ ਦੇਖਣੇ ਆ ਕੀ ਹੁੰਦੇ ਆ। ਉਹ ਕਹਿੰਦੇ ਤੂੰ ਇਹਨਾਂ ਦਾ ਨਾਂ ਨਾ ਲੈ, ਇੰਟਰੋਡਕਸ਼ਨ ਦੇ ਕੇ ਜਾਣਗੇ ਤੇ ਜੇ ਤੂੰ ਰਹਿ ਤਾਂ ਸੁਪਨੇ 'ਚ ਵੀ ਉਹੀ ਆਇਆ ਕਰਨਗੇ। ਤੇ ਉਸੇ ਰਾਤ ਦੀ ਗੱਲ ਆ। ਤੇ ਸਵੇਰ ਮੈਂ ਉੱਠਿਆ, ਮੇਰੇ ਸਾਰੇ ਤੇ ਮਤਲਬ ਸਾਰੀ ਬੋਡੀ ਤੇ ਲਾਲ ਲਾਲ ਰੈਸ਼ਿਸ ਹੋ ਗਏ ਸਾਰੇ ਕਿਤੇ। ਤੇ ਮੈਂ ਕਿਹਾ ਯਾਰ ਇਹ ਕੀ ਹੋ ਗਿਆ? ਕਹਿੰਦਾ ਤੇਰਾ ਸਵਾਗਤ ਹੋ ਗਿਆ, ਤੇਰਾ ਵੈਲਕਮ ਹੋ ਗਿਆ, वेलकम टू कनाडा। ਵੈਲਕਮ ਟੂ ਕੈਨੇਡਾ ਹੋ ਗਿਆ ਤੇਰਾ। ਤੇ ਉਹ ਐਕਸਪੀਰੀਅੰਸ ਮੇਰਾ ਰੀਅਲੀ ਉਹ ਮੇਰਾ ਬਹੁਤ ਬੈਡ ਐਕਸਪੀਰੀਅੰਸ ਸੀਗਾ ਬਗਸ ਵਾਲਾ। ਤੇ ਹੁਣ ਮੈਂ ਥੈਂਕ ਟੂ ਗੋਡ ਮਤਲਬ ਕਿ ਮੈਂ ਹੁਣ ਬਹੁਤ ਵਧੀਆ ਜਗ੍ਹਾ ਤੇ ਬੈਠਾ, ਮਤਲਬ ਸੈਟ ਆ। ਇਵਨ ਜਦ ਆਪਾਂ ਹਨਾ ਸਾਰੇ ਇਕੱਠੇ ਹੋਏ ਸੀਗੇ, ਅਸੀਂ ਸਾਰੇ ਚਾਰੇ ਜਾਣੇ, ਅਸੀਂ ਮੈਂ ਹਰਪੇਸ਼, ਹਰਪ੍ਰੀਤ ਤੇ ਦੀਪਕ ਹਨਾ, ਅਸੀਂ ਚਾਰੇ ਜਦੋਂ ਇਕੱਠੇ ਹੋਏ ਸੀਗੇ ਤੇ ਉਹਦੇ ਨੇ ਆਪਣੇ ਮੰਮਾ ਪਾਪਾ ਨੂੰ ਉਹਨਾਂ ਨੂੰ ਕਾਲ ਕਰਕੇ ਦਿਖਾਇਆ ਸੀਗਾ ਵੀ ਮੈਂ ਉਰੇ ਰਹਿਣਾ। ਕਹਿੰਦੇ ਹੁਣ ਲੱਗਦਾ ਵੀ ਤੂੰ ਕੈਨੇਡਾ। ਜਦੋਂ ਅਸੀਂ ਮਤਲਬ ਇਹਨਾਂ ਨਾਲ ਮੂਵ ਹੋਏ ਸੀਗੇ ਤੇ ਫਸਟ ਡੇ ਹਨਾ, ਮੈਂ ਆਪਣੇ ਘਰ ਨੂੰ ਸ਼ੋਅ ਕੀਤਾ ਕਿ ਆਹ ਦੇਖੋ ਆਹ ਸਾਰਾ ਅਸੀਂ ਘਰ ਲਿਆ ਹੁਣ। ਤੇ ਉਹ ਕਹਿੰਦੇ ਹੁਣ ਲੱਗਦਾ ਤੂੰ ਕੈਨੇਡਾ ਆਇਆ, ਪਹਿਲਾਂ ਤਾਂ ਤੂੰ ਭਈਆਂ ਵਾਲੀ ਜ਼ਿੰਦਗੀ ਜੀ ਰਿਹਾ ਸੀ। ਕਿਉਂਕਿ ਜਿਹੜਾ ਕਿਚਨਰ ਏਰੀਆ ਆ ਉੱਥੇ ਅਪਾਰਟਮੈਂਟ ਵਗੈਰਾ ਜ਼ਿਆਦਾ ਆ। ਇੱਥੇ ਬਰੰਪਟਨ ਅਪਾਰਟਮੈਂਟ ਨਹੀਂ ਹੈਗੇ। ਜਿਹੜੇ ਅਪਾਰਟਮੈਂਟ ਆ ਕਿਉਂਕਿ ਰਹਿਣ ਨੂੰ ਆਪਾਂ ਨੂੰ ਜਗ੍ਹਾ ਚਾਹੀਦੀ ਹੁੰਦੀ ਆ, ਤੇ ਜਿੱਦਾਂ ਦੀਆਂ ਜਗ੍ਹਾ ਚਾਹੀਦੀ, ਜਿੱਦਾਂ ਦੀ ਉੱਧਰ ਜਗ੍ਹਾ ਆ ਉੱਧਰ ਮੋਸਟਲੀ ਬੱਗ ਆ। ਤੇ ਮੇਰੀ ਬਿਲਡਿੰਗ 'ਚ ਬੱਗ ਹੁੰਦੇ ਸੀਗੇ, ਇੱਕ ਦੀਪਕ ਦੀ 'ਚ ਹੁੰਦੇ ਸੀਗੇ। ਇਹਨੇ ਸਾਡੇ ਮੇਰੇ ਕੋਲ ਆਉਣਾ, ਐਕਸਪੀਰੀਅੰਸ ਕੀਤਾ ਦੋਨਾਂ ਨੇ। ਇਹਨੇ ਮੇਰੇ ਕੋਲ ਆਉਣਾ, ਇਹਨੇ ਕਹਿਣਾ ਤੇਰੇ ਕੋਲ ਜ਼ਿਆਦਾ, ਮੈਨੂੰ ਇਹਦੇ ਲੱਗਣੇ ਜ਼ਿਆਦਾ। ਸੀਰੀਅਸਲੀ ਜਦ ਪਰ ਬਹੁਤ ਔਖਾ ਸੀਗਾ। ਇੱਕ ਵਾਰ ਹਨਾ ਮੈਂ ਰਿਹਾ ਸੀਗਾ ਹਰਪ੍ਰੀਤ ਉਹਨਾਂ ਦੇ ਘਰੇ ਜਦ ਆਪਾਂ ਪੇਪਰਾਂ ਦੀ ਤਿਆਰੀ ਕਰ ਰਹੇ ਸੀ। ਵੈਸੇ ਲਾਈਕ ਡਰ ਲੱਗਦਾ ਸੀ ਕਿਉਂਕਿ ਜਦ ਹਰਪ੍ਰੀਤ ਤੈਨੂੰ ਯਾਦ ਹੋਊਗਾ ਜਦ ਤੂੰ ਮੈਨੂੰ ਉੱਥੇ ਆਪਾਂ ਤੇਰੇ ਕਮਰੇ 'ਚ ਮੈਂ ਸੋਇਆ ਸੀ ਨਾਲ ਵਾਲੇ ਬੈੱਡ ਤੇ ਤੇਰੇ ਹਾਲ ਤੇ ਉੱਥੇ ਤੂੰ ਕਿਹਾ ਸੀਗਾ ਇੱਕ ਵਾਰ ਗੱਦਾ ਝਾੜ ਦੇਣਾ ਹਨਾ, ਤਾਂ ਵੀ ਉਹ ਗੱਦੇ 'ਚੋਂ ਇੱਕ ਅੱਧਾ ਦਿਖਿਆ ਸੀ ਤੈਨੂੰ ਬਾਗੇ ਆ। ਤਾਂ ਉਹ ਚੀਜ਼ ਨੇ ਬਹੁਤ ਡਰਾਤਾ ਸੀਗਾ ਹਨਾ ਵੀ ਮੈਂ ਕਿਹਾ ਲੈ ਵੀ ਅੱਜ ਮੇਰਾ ਵੀ ਉਦਘਾਟਨ ਹੋਣ ਵਾਲਾ ਹੀ ਆ। ਕਿਉਂਕਿ ਜਦੋਂ ਆਪਾਂ ਆਉਂਦੇ ਆ ਆਪਣਾ ਕੋਈ ਫਰੈਂਡ ਸਰਕਲ ਨਹੀਂ ਹੁੰਦਾ। ਹੁਣ ਜਿੱਦਾਂ ਆਪਾਂ ਦੇਖਦੇ ਆ ਵੀ ਇੱਥੇ ਕੋਠੀ ਕਿਰਾਏ ਤੇ ਲੈ ਲਓ ਹਨਾ, ਉਹ ਵਧੀਆ ਰਹਿ ਜਾਂਦਾ ਸਾਰਾ ਕੰਮ। ਉਸ ਟਾਈਮ ਤਾਂ ਉਨਾ ਕੁ ਫਰੈਂਡ ਸਰਕਲ ਹੁੰਦਾ, ਇੱਕ ਅੱਧਾ ਮੁੰਡਾ ਟੱਕਰਦਾ, ਫਿਰ ਅਪਾਰਟਮੈਂਟ ਸਸਤੇ ਪੈਂਦੇ ਆ ਹੈ। ਚਾਹੀਦੀ ਹੁੰਦੀ ਹਾਂ ਕਿ ਤੁਹਾਨੂੰ ਛੱਤ ਮਿਲ ਗਈ ਕੋਈ ਐਟਲੀਸਟ ਹੁਣ ਜਗ੍ਹਾ ਮਿਲ ਗਈ। ਮੈਂ ਇਹੋ ਜਿਹੇ ਮੁੰਡੇ ਵੀ ਦੇਖੇ ਨੇ ਜਿਹੜੇ ਹੋਟਲਾਂ ਦੇ ਵਿੱਚ ਰਹੇ ਨੇ 10-10 ਦਿਨ 150 ਪਰ ਡੇ ਪੇ ਕਰਦੇ ਸੀ, ਉਹ ਪਰ ਡੇ $150। ये तो है, हाँ ये तो है। ਇਹ ਗੁੱਡ ਲੱਕ ਸੀਗਾ ਕਿ ਚਲੋ ਆਂਦੇ ਨੂੰ ਛੱਤ ਮਿਲ ਗਈ, ਜਗ੍ਹਾ ਮਿਲ गई रहने दी। मैं तो पहली बार आया तो जैसे ही मैं वॉशरूम में गया, मैं देखा ऊपर से किसी ने फ्लश करा हो। मैं बेसमेंट में था, ऊपर ग्राउंड फ्लोर में किसी ने फ्लश किया, फ्लश की आवाज़ आ रही पूरी। मैं कहाँ आ गया। मैं पॉट में यूँ होकर बैठता था, एक दो बूंदे भी टपकती थी। ਯਾਰ ਉਹ ਤਾਂ ਹੀ ਮੈਂ ਕਿਹਾ ਸੀ ਵੀ ਜਦ ਤੇਰੇ ਘਰ ਗਏ ਸੀ ਨਾ ਵੀ ਇੱਕ ਤਰੀਕੇ ਦਾ ਵੀਅਰਡ ਜਿਹਾ ਐਕਸਪੀਰੀਅੰਸ ਸੀਗਾ ਨਾ, ਕਿਉਂਕਿ ਲਾਈਕ ਅਸੀਂ ਉਰੇ ਜਿਹੜਾ ਬਰੈਂਪਟਨ 'ਚ ਰਹਿੰਦੇ ਹੁੰਦੇ ਸੀਗੇ ਤਾਂ ਉਹ ਇੱਕ ਉਹ ਸੀਗਾ ਕੀ ਕਹਿੰਦੇ ਹੁੰਦੇ ਫਾਰਮ ਹਾਊਸ ਸੀਗਾ। ਤੇ ਉਹ ਜਦ ਬੇਸਮੈਂਟ ਦੇ ਵਿੱਚ ਜਦ ਆਪਾਂ ਗਏ ਸੀ ਨਾ, ਐਂਟਰ ਹੋਏ ਸੀਗੇ ਤੇ ਵਾਸ਼ਰੂਮ ਦੇ ਵਿੱਚ ਜਾਣਾ ਸੀਗਾ ਫਰੈਸ਼ ਹੋਣ ਲਈ, ਤੇ ਦੇਖਿਆ ਟਪ 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 ਸਿੰਕ ਦੇ ਉੱਤੇ ਪਾਣੀ ਗਿਰ ਰਿਹਾ ਹੈ, ਲਾਈਟ ਬੁੱਝ ਕੇ ਚੱਲ ਰਹੀ ਆ। ਤਾਂ ਹੀ ਲੱਗ ਰਿਹਾ ਸੀ ਜਿਵੇਂ ਕੋਈ ਹਾਰਰ ਮੂਵੀ ਨਹੀਂ ਹੁੰਦੀ ਹੈ 1921 ਹਨਾ, ਉਹਦੇ ਕੋਈ ਸੀਨ ਯਾਦ ਆ ਗਏ ਸੀਗੇ। ਫਿਰ ਸਾਡੀ ਕੈਨੇਡਾ ਦੀ ਵਧੀਆ ਲਾਈਫ ਸਟਾਰਟ ਹੋਈ ਆ ਪਪੂਲਰ ਟ੍ਰੈਕ ਤੇ। ਯਾ ਜਦ ਇਹਨਾਂ ਨੇ ਸਾਨੂੰ ਜੁਆਇਨ ਕੀਤਾ ਫਿਰ ਅਸੀਂ ਇਕੱਠਿਆਂ ਨੇ ਸਾਰਿਆਂ ਨੇ ਘਰ ਲਿਆ ਇੱਕ। ਅਸੀਂ ਇਹਨਾਂ ਨੂੰ ਮੌਕਾ ਦਿੱਤਾ ਕਿ ਤੁਸੀਂ ਸਾਡੇ ਨਾਲ ਰਹੋ। ਜਦੋਂ ਪਹਿਲਾਂ ਅਸੀਂ ਇਹਨੂੰ ਜਦੋਂ ਇਹ ਕਲਾਸ 'ਚ ਸਾਡੀ 'ਚ ਐਂਟਰ ਹੋਇਆ, ਮੈਂ ਤੇ ਦੀਪਕ, ਸਾਡਾ ਇੱਕ ਗਰੁੱਪ ਹੁੰਦਾ ਸੀਗਾ। ਬਹੁਤ ਵਧੀਆ ਐਕਸਪੀਰੀਅੰਸ ਸੀ ਉਹ ਯਾਰ। ਤੇ ਸਾਨੂੰ ਇੱਕ ਬੰਦਾ ਲੱਗਾ ਵੀ ਜਾਣੀ ਕਿ ਕੋਈ ਨਲਾਇਕ ਜਿਹਾ ਕਿ ਉਹਨੂੰ ਕਿਸੇ ਨੂੰ ਗਰੁੱਪ 'ਚ ਨਹੀਂ ਰੱਖਦਾ
ਕੋਈ ਇਹਨੂੰ, ਪਰ ਇੰਟੈਲੀਜੈਂਟ ਨਿਕਲਿਆ ਬਟ ਬਾਅਦ ਵਿੱਚ ਬਸ ਹਾਂ ਪਹਿਲਾਂ ਹੀ ਲੱਗਿਆ ਫਿਰ ਵੀ ਅਸੀਂ, ਸਾਡਾ ਦਰਿਆ ਦਿਲ ਸੀਗਾ, ਅਸੀਂ ਤਰਸ ਖਾਦਾ ਵੀ ਤੇ ਬਾਅਦ ਦੇ ਵਿੱਚ ਗਰੁੱਪ ਕੀ ਸੱਦ ਹੁੰਦਾ ਲਿਆ, ਸੀ? ਗਰੁੱਪ ਸੱਦ ਥੋੜਾ ਸਾ ਇਸ पे ध्यान देना। ਤੇ ਬਾਅਦ ਦੇ ਵਿੱਚ ਜਿਹੜਾ ਇੱਕ ਹੁੰਦਾ ਸੀਗਾ ਵੀ ਕੀ ਕਰਦੇ ਹੁੰਦੇ ਸੀਗੇ, ਹਾਂ ਹਰਪ੍ਰੀਤ ਨੇ ਕਹਿਣਾ ਉਹ ਯਾਰ ਅਸਾਈਨਮੈਂਟ ਪੂਰੀ ਕਰ ਲਾ, ਰੋਟੀ ਬਣਾ ਰਿਹਾ ਮੈਂ ਜਾ ਕੇ ਹੈਂ। ਤੇ ਇਹ ਚੀਜ਼ਾਂ ਸਾਡੇ ਘਰ 'ਚ ਬਹੁਤ ਕਾਮਨ ਹੁੰਦੀਆਂ ਸੀ। ਆਪਾਂ ਵੀ ਕੀ ਕਰਨਾ, ਫਿਰ ਆਰਾਮ ਨਾਲ ਅਸਾਈਨਮੈਂਟ ਤੇ ਲੱਗੇ ਰਹਿਣਾ, ਇਹ ਵਿਚਾਰੇ ਰੋਟੀ ਬਣਾ ਕੇ ਲੈ ਆਉਂਦੇ ਹੁੰਦੇ ਸੀ। ਤੇ ਉਹ ਵੀ ਵਧੀਆ ਐਕਸਪੀਰੀਅੰਸ ਸੀਗਾ। ਤੇ ਬਸ ਇਹੀ ਚੱਲਦਾ ਰਿਹਾ ਸਾਡੀ ਜ਼ਿੰਦਗੀ ਦੇ ਵਿੱਚ। ਤੇ ਲਾਈਕ ਸਟਾਰਟ ਅਸੀਂ ਕੀਤਾ ਸੀਗਾ ਸਭ ਤੋਂ ਪਹਿਲਾਂ, ਲਾਈਕ ਇਹਨਾਂ ਨੇ ਕਿਚਨਰ ਤੋਂ ਹੀ ਕੀਤਾ ਸੀਗਾ। ਅਸੀਂ ਪਹਿਲਾਂ ਆਇਆ ਪੀਟਰਬਰੋ, ਫਿਰ ਉਸ ਤੋਂ ਬਾਅਦ ਗਿਆ ਬਰੈਂਪਟਨ, ਫਿਰ ਉਸ ਤੋਂ ਬਾਅਦ ਕਿਚਨਰ, ਫਿਰ ਉਸ ਤੋਂ ਬਾਅਦ ਸਕਾਰਬਰੋ, ਹੁਣ ਫਿਰ ਬਰੈਂਪਟਨ। ਲਾਈਕ ਜਰਨੀ ਇਹੀ ਆ, ਚੱਲਦੀ ਰਹਿੰਦੀ मैं बड़ी शहर बदल लिया आपने। Yeah. सबसे बढ़िया कौन सा लगा? पीटर ब्रो। ਸਭ ਤੋਂ ਵਧੀਆ ਮੈਮਰੀ, ਸਭ ਤੋਂ ਵਧੀਆ ਪੀਟਰਬਰੋ ਨਾਲ ਨੇ। ਪਰ ਸ਼ਹਿਰ ਸਭ ਤੋਂ ਜਿਹੜਾ ਪਸੰਦ ਆਇਆ ਹੁਣ ਤੱਕ ਉਹ ਕੈਂਬਰਿਜ ਆਇਆ। कैम्ब्रिज बहुत बढ़िया शहर है। ਕੈਂਬਰਿਜ ਬਹੁਤ ਪਿਆਰਾ ਸ਼ਹਿਰ ਬਹੁਤ ਆ। ਪਿਆਰਾ Like ਸ਼ਹਿਰ। ਜਿਹੜੇ ਵੀ ਹਨਾ ਕੈਨੇਡਾ ਦੇ ਵਿੱਚ ਤੁਸੀਂ ਹੈਗੇ ਹੋ ਤਾਂ ਤੁਹਾਨੂੰ ਪਤਾ ਹੋਊਗਾ ਵੀ ਜਿਵੇਂ ਆਪਾਂ ਕਰਾਊਡੀ ਏਰੀਆਜ਼ 'ਚ ਜਿੱਥੇ ਰਹਿੰਦੇ ਆ ਹਨਾ, ਤੇ ਉਹ ਚੀਜ਼ ਨਾਲੋਂ ਤੇ ਇੱਕ ਜਿਹੜਾ ਆਪਾਂ ਕੰਟਰੀ ਸਾਈਡ ਜਾਂਦੇ ਆ ਤੇ ਉਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ। ਬਿਕਾਜ਼ ਤੁਸੀਂ ਉੱਥੇ ਰੀਅਲ ਕੈਨੇਡਾ ਦੇਖਦੇ ਹੋ ਵੀ ਲਾਈਕ ਜਿਵੇਂ ਹਨਾ ਉਹਨਾਂ ਦਾ ਕਲਚਰ ਕੀ ਆ, ਪੀਪਲ ਕਿਵੇਂ ਰਹਿੰਦੇ ਆ, ਉਹ ਆਪਾਂ ਨੂੰ ਪਤਾ ਲੱਗਦਾ। ब्रैम्पटन तो चंडीगढ़ ही है एक तरीके से। ਹਾਂਜੀ, ਇਹ ਆਪਣਾ 17 ਆਪਾਂ ਸੈਕਟਰ ਇਹ ਨਹੀਂ ਕਹਿ ਸਕਦੇ ਕਿ ਬਰੈਂਪਟਨ ਪੂਰਾ ਚੰਡੀਗੜ੍ਹ ਆ। ਬਰੈਂਪਟਨ ਦੇ ਵਿੱਚ ਇੱਕ ਪਾਰਟਿਕੂਲਰ ਏਰੀਆ ਵਾ ਜਿਹੜਾ ਸ਼ੈਰੀਟਨ ਕਾਲਜ ਦੇ ਨੇੜੇ ਆ, ਹਾਂਜੀ ਹਾਂਜੀ ਉਹਨੂੰ ਤੁਸੀਂ ਚੰਡੀਗੜ੍ਹ ਮਤਲਬ ਕਹਿ ਸਕਦੇ 17 ਸੈਕਟਰ। ਅਦਰਵਾਈਜ਼ ਤੁਸੀਂ ਆਸੇ-ਪਾਸੇ ਜਾਓਗੇ ਨਾ ਕੈਲੇਟਨ ਵਾਲੀ ਬਹੁਤ side, ਸੋਹਣਾ ਬਰੈਂਪਟਨ ਹੀ ਤਾਂ ਬਹੁਤ ਸੋਹਣਾ ਬਹੁਤ ਸੋਹਣਾ ਬਰੈਂਪਟਨ ਪਿਆ, ਬਹੁਤ ਸੋਹਣਾ ਜਿਆਦਾ। ਤੇ ਕੈਂਬਰਿਜ ਤਾਂ ਆਪਾਂ ਨੂੰ ਇੰਨਾ ਵਧੀਆ ਲੱਗਦਾ, ਉੱਥੇ ਸਾਰੇ ਪਾਸੇ ਗੋਰੇ ਗੋਰੀਆਂ ਉੱਥੇ ਗੋਰੇ ਗੋਰੀਆਂ ਜਾਂ ਉੱਥੇ ਮਤਲਬ ਕਿ ਤੁਹਾਨੂੰ ਮਾਹੌਲ ਹੋ ਜਾ ਕੋਲ ਚ ਲੰਘਦੇ ਆ, ਹਾਏ ਹੈਲੋ ਮਾਰਨਿੰਗ, ਉਹ ਚੀਜ਼ਾਂ ਵਧੀਆ ਲੱਗਦੀਆਂ। ਇੱਕ ਚੀਜ਼ ਹੋਰ ਵੀ ਹੈ, ਜਿਵੇਂ ਹਨਾ ਆਪਾਂ ਕੈਨੇਡਾ ਆਏ ਆ ਸਟਾਰਟਿੰਗ ਦੇ ਵਿੱਚ, ਤਾਂ ਆਪਾਂ ਨੂੰ ਇਹ ਐਟੀਕੇਟਸ ਜਿਵੇਂ ਆਪਾਂ ਦੇਖਦੇ ਸੀ ਹਨਾ ਵੀ ਇੱਕ ਦੂਜੇ ਨੂੰ ਦਾ ਜਿਹੜਾ ਜੇ ਆਪਾਂ ਜਾ ਰਹੇ ਹਾਂ ਨਾ ਗੇਟ ਦੇ ਵਿੱਚ ਐਂਟਰ ਹੋ ਰਹੇ ਆ ਤਾਂ ਦੂਜੇ ਨੂੰ ਪਿੱਛੇ ਆ ਰਿਹਾ ਆਪਣੇ ਉਹਨੂੰ ਗੇਟ ਖੋਲਣਾ ਹਨਾ, ਤੇ ਉਹ ਰਿਸਪੈਕਟ ਦੇਣੀ, ਤੇ ਆਪਾਂ ਇੱਕ ਦੂਜੇ ਨੂੰ ਗ੍ਰੀਟ ਕਰਨਾ ਹਨਾ। ਉਹ ਚੀਜ਼ਾਂ ਕਿਤੇ ਨਾ ਕਿਤੇ ਆ ਕੇ ਆਪਣੇ ਉਰੇ ਮਿਸ ਹੁੰਦੀਆਂ ਨੇ ਵੀ ਜਿਵੇਂ ਆਪਾਂ ਇੱਧਰ ਆਉਣੇ ਆ ਹਨਾ, ਤੇ ਉਹ ਕਈ ਵਾਰ ਐਂ ਲੱਗਦਾ ਵੀ ਹਾਂ ਹਨਾ ਜਿਹੜੀ ਉਹ ਚੀਜ਼ਾਂ ਨੇ ਉਹ ਲਾਈਕ ਉਹੀ ਏਰੀਆਜ਼ ਦੇ ਵਿੱਚ ਨੇ ਜ਼ਿਆਦਾਤਰ ਐਕਟਿਵ, ਜਿਹੜੇ ਏਰੀਆ ਦੇ ਵਿੱਚੋਂ ਆਪਾਂ ਆਏ ਆ ਪਹਿਲਾਂ। ਤੇ ਇਹ ਚੀਜ਼ ਦਾ ਥੋੜਾ ਮੈਨੂੰ ਡਿਫਰੈਂਸ ਲੱਗਦਾ ਵੀ ਲਾਈਕ ਕੰਟਰੀ ਸਾਈਡ ਤੇ ਜਿਹੜੇ ਆਪਾਂ ਟਾਊਨਸ ਜਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਆ। ਬਟ ਇਹ ਨਹੀਂ ਮੈਂ ਕਹਿ ਸਕਦਾ ਹਰ ਜਗ੍ਹਾ ਦੇ ਉੱਤੇ, ਬਟ ਕਈ ਵਾਰ ਐਂ ਫੀਲ ਹੁੰਦਾ ਹਨਾ ਜਿਵੇਂ ਲਾਈਕ ਉਹ ਚਲੋ ਉਹ ਤਾਂ ਅੱਡ ਗੱਲ ਆ ਹਨਾ, ਬਟ ਉਹ ਥੋੜਾ ਜਿਹਾ ਕਿਤੇ ਨਾ ਕਿਤੇ ਮੈਨੂੰ ਖਟਕਦਾ ਵੀ ਉਹ ਚੀਜ਼ ਹੋਣੀ। नहीं, मैं एक चीज़ पूछना चाहूँगा। मैं जैसे आज यॉर्क गया हुआ था, ਹਾਂਜੀ ਹਾਂਜੀ है, मैं देखा यॉर्क बिल्कुल बेकार शहर, बहुत ही बेकार, ਹਾਂਜੀ ਹਾਂਜੀ बिल्कुल है। ਉਹ ਏਰੀਆ ਬੇਕਾਰ ਸੀ ਜਿੱਥੇ ਆਪਾਂ ਗਏ ਏਰੀਆ ਬੇਕਾਰ। ਯਾਰਕਡੇਲ ਤੁਸੀਂ ਹਨਾ ਦੇਖਿਆ ਮਾਲ, ਉਹ ਏਰੀਆ ਤਾਂ ਗੁੱਡ ਆ, ਬਟ ਉਹ ਸਪੈਸੀਫਿਕ ਇੱਕ ਜਿਵੇਂ ਆਪਾਂ ਉਹੀ ਗੱਲ ਹੁਣ ਜਿਵੇਂ ਇਹ ਕਹਿ ਰਿਹਾ ਸੀਗਾ ਨਾ ਵੀ ਪੂਰਾ ਸ਼ਹਿਰ ਨਹੀਂ ਹੈਗਾ ਉਵੇਂ, ਲਾਈਕ ਵੀ ਕੁਝ ਸਪੈਸੀਫਿਕ ਏਰੀਆ ਜਿਹੜਾ ਤੁਹਾਨੂੰ ਪਸੰਦ ਆਵੇ ਜਾਂ ਨਾ ਆਵੇ, ਜਾਂ ਫਿਰ ਉਹ ਏਰੀਆ ਦੇ ਵਿੱਚ ਪੋਪੂਲੇਸ਼ਨ ਕਿਹੜੇ ਆ, वो डिपेंड उसके उत्ते करते हैं। मुझे कभी कभी लगता है जैसे ना ऐसा मेरा मानना है, मैंने बस थोड़ी बहुत चीज़ नोटिस करी हाँ जी, कि जहाँ पे भी जैसे मान लो बाहर देश से लोग आते हैं, इमिग्रेंट्स आते हैं, यॉर्क में मैंने देखा बाहर के बहुत ज़्यादा थे, गोरे थोड़े कम दिखे मुझे। हाँ जी, हाँ ना, तो क्योंकि इससे थोड़ा फर्क पड़ता है, मतलब फॉर Culture एग्जाम्पल दे नहीं जो सिटी बना रखी है, हाँ जी, जैसी सिटी है, मान लो बाहर से लोग आए, आते गए हाँ जी, उस सिटी को थोड़ा सा डिसफंक्शन कर दिया। ਡਿਸਫੰਕਸ਼ਨ ਇਦਾਂ ਆ ਜਿੱਦਾਂ ਹਰ ਏਰੀਆ ਆ ਜਿਹੜਾ ਥੋੜਾ ਬਹੁਤਾ ਏਰੀਆ ਨਾ ਥੋੜਾ ਸਸਤਾ ਪੈਂਦਾ ਹੈ, ਜਿਹੜੇ ਬਾਹਰਲੇ ਲੋਕ ਆਉਂਦੇ ਆ ਨਾ, ਵਿਜ਼ਟਰ ਆਉਂਦੇ ਆ, ਰਿਫਿਊਜੀ ਆਉਂਦੇ ਆ ਨਾ, ਸਾਰੇ ਉਹ ਸਾਰੇ ਲਾਈਕ ਕਰਦੇ ਆ, ਲਾਈਕ ਨਹੀਂ ਜਾਣੀ ਕਿ ਉਹਨਾਂ ਦਾ ਅਫੋਰਡ ਵੀ ਇੰਨਾ ਕੀ ਹੁੰਦਾ ਵੀ ਉਹ ਉਸ ਏਰੀਆ 'ਚ ਰਹਿ ਲੈਂਦੇ ਆ, ਥੋੜੇ ਚੀਪ ਹੁੰਦੇ ਏਰੀਏ। ਅਦਰਵਾਈਜ਼ ਤਾਂ ਕੈਨੇਡਾ ਸਾਰਾ ਸੋਹਣਾ ਹੀ ਆ, ਬਾਕੀ ਥੋੜਾ ਜਿਹਾ ਹੋ ਜਾਂਦਾ ਵੀ ਜਿੱਦਾਂ ਹੁਣ ਆਪਣੇ ਵੀ ਏਰੀਏ 'ਚ ਇਦਾਂ ਦੇ ਹੋ ਜਾਂਦੇ ਥੋੜੇ ਬਹੁਤ ਹੁੰਦੇ ਨਾ ਜਿਨ੍ਹਾਂ ਕੋ ਥੋੜੇ ਜਿਹਾ ਸਸਤੀ ਜਗ੍ਹਾ ਤੇ ਰਹਿਣ ਵਾਲਾ ਹਿਸਾਬ ਕਿਤਾਬ ਉੱਦਾਂ ਤਾਂ ਚਲੋ ਹੈ ਨਾ, ਜਿਨ੍ਹਾਂ ਦੀ ਮਜਬੂਰੀ ਆ ਹੈ ਨਾ, ਉਹ ਚੀਜ਼ ਆ। बाकी कनाडा में तो मैंने नहीं सुना कभी रेसिज्म कुछ केस हुआ आप लोगों के साथ? ਮੇਰੇ ਸਾਥ ਤਾਂ ਕभी नहीं हुआ। ਰੇਸਿਜ਼ਮ ਦਾ ਕੇਸ ਨਹੀਂ ਹੋਇਆ ਸੀਗਾ। ਇੱਕ ਵਾਰ ਜਿਵੇਂ ਹਨਾ ਮੈਂ ਪੀਟਰਬਰੋ ਦੇ ਵਿੱਚ ਸੀਗਾ ਤੇ ਉੱਥੇ ਨਾ ਦੋ ਬਜ਼ੁਰਗ ਲੇਡੀ ਸੀਗੀਆਂ, ਉਹ ਆਪਸ ਦੇ ਵਿੱਚ ਗੱਲ ਕਰ ਰਹੀਆਂ ਸੀਗੀਆਂ ਵੀ ਲਾਈਕ ਹਨਾ ਵੀ ਸਟੂਡੈਂਟਸ ਬਹੁਤ ਜ਼ਿਆਦਾ ਆ ਗਏ ਹਨਾ, ਤੇ ਮੈਂ ਉੱਥੇ ਗਰੋਸਰੀ ਲੈ ਰਿਹਾ ਸੀਗਾ ਤੇ ਆਈ ਡੋਨਟ ਨੋ ਉਹਨੂੰ ਮਤਲਬ ਉਹ ਕਿਸ ਚੀਜ਼ ਬਾਰੇ ਕਿਸ ਲਿਹਾਜ਼ ਨਾਲ ਗੱਲ ਕਰ ਰਹੀਆਂ ਸੀਗੀਆਂ ਨਾ, ਮੈਨੂੰ ਕੁਝ ਨਹੀਂ ਪਤਾ ਹੈਗਾ ਉਹਦੇ ਬਾਰੇ, ਬਟ ਉਹ ਮੇਰੇ ਕੋਲ ਆ ਕੇ ਕਹਿੰਦੀ ਆਈ ਐਮ ਰੀਅਲੀ ਸੌਰੀ ਵੀ ਮੈਨੂੰ ਪਤਾ ਨਹੀਂ ਸੀਗਾ ਵੀ ਤੂੰ ਉਰੇ ਆ, ਵੀ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀਗਾ ਵੀ ਹਨਾ ਵੀ ਤੁਹਾਨੂੰ ਕਿਸੇ ਨੂੰ ਹਰਟ ਹੋਵੇ, ਤੇ ਮੈਂ ਨਾਰਮਲੀ ਇੱਕ ਤਰੀਕੇ ਨਾਲ ਗੱਲ ਕੀਤੀ ਹੈ, ਈਵਨ ਮੈਂ ਉਹ ਚੀਜ਼ ਨੂੰ ਬੋਦਰ ਵੀ ਨਹੀਂ ਕੀਤਾ ਸੀ ਹਨਾ ਵੀ, ਬਟ ਉਹਨਾਂ ਨੇ ਰੇਸਿਜ਼ਮ ਨਹੀਂ ਕੀਤਾ, ਬਟ
ਬਟ ਉਹਨਾਂ ਨੂੰ ਇਹ ਫੀਲ ਹੋਇਆ ਵੀ ਸਾਡੇ ਜਿਹੜੇ ਥਾਟਸ ਨੇ ਜਾਂ ਵੀ ਸਾਡੀ ਜਿਹੜੀ ਕਨਵਰਸੇਸ਼ਨ ਹੈ ਹਨਾ ਉਹਦੇ ਨਾਲ ਕਿਸੇ ਹੋਰ ਬੰਦੇ ਨੂੰ ਕੋਈ ਮਤਲਬ ਉਹ ਨਾ ਲੱਗੇ ਹਨਾ। ਵੀ ਮੈਂ ਇਹ ਸੋਚਦਾ ਵੀ ਜਿਹੜੇ ਕੈਨੇਡਾ ਆ ਹਨਾ ਇਹ ਇੱਥੇ ਰੇਸਿਜ਼ਮ ਨਹੀਂ ਹੈਗਾ। ਲਾਈਕ ਮੋਸਟ ਆਫ ਦਾ ਪੀਪਲ ਜਿਹੜੇ ਨੇ ਆਪਣੇ ਉਰੇ ਸਾਰੇ ਆਪਾਂ ਰਹਿਣੇ ਆ ਹਨਾ, ਜਿਵੇਂ ਆਪਾਂ ਕੰਮ ਕਰਦੇ ਆ, ਆਪਾਂ ਗੋਰਿਆਂ ਨਾਲ ਵੀ ਕੰਮ ਕਰਦੇ ਆ ਹਨਾ, ਆਪਾਂ ਹੋਰ ਇੰਟਰਨੈਸ਼ਨਲੀ ਇਮੀਗ੍ਰੈਂਟਸ ਜਿਹੜੇ ਹੋਰ ਦੇਸ਼ਾਂ ਤੋਂ ਆਏ ਉਹਨਾਂ ਨਾਲ ਵੀ ਗੱਲ ਕਰਦੇ ਆ। ਕਦੇ ਵੀ ਆਪਾਂ ਨੂੰ ਇਹ ਫੀਲ ਨਹੀਂ ਹੋਇਆ ਹੈਗਾ ਵੀ ਲਾਈਕ ਇਹ ਤਰੀਕੇ ਦੀ ਆਪਾਂ ਨੂੰ ਪ੍ਰੋਬਲਮ ਆਈ ਹੈ। ਲਾਈਕ ਆਪਾਂ ਕੰਮ ਵੀ ਸਾਰੇ ਕਰਦੇ ਆ, ਆਪਾਂ ਨੂੰ ਇਕੁਅਲ ਓਪਰਚੁਨਿਟੀ ਮਿਲਦੀ ਆ ਹਨਾ, ਆਪਾਂ ਨੂੰ ਇਕੁਅਲ ਆਵਰਸ ਮਿਲਦੇ ਆ, ਸੋ ਰੇਸਿਜ਼ਮ ਕਿਤੇ ਨਹੀਂ ਹੋਇਆ ਹੈਗਾ। ਪਰ ਮੈਨੂੰ ਲੱਗਦਾ ਮਾੜਾ ਮੋਟਾ ਬਰੈਂਪਟਨ ਦੇ ਵਿੱਚ ਥੋੜਾ ਮੋਟਾ ਹੈਗਾ, ਕਿਉਂਕਿ मतलब रेसिज्म किस टाइप का? ਮੈਂ ਤੈਨੂੰ ਐਗਜ਼ਾਮਪਲ ਦਾ ਮਤਲਬ ਕਿ ਮੇਰੇ ਨਾਲ ਐਕਸਪੀਰੀਅੰਸ ਮੈਨੂੰ ਲੱਗਦਾ, ਕਿਉਂਕਿ ਮੈਂ ਜਿਵੇਂ ਨਾ ਕੱਲ ਮੈਂ ਗਰੋਸਰੀ ਸਟੋਰ ਗਿਆ ਸੀਗਾ ਤੇ ਉੱਥੇ ਇੱਕ ਕੁੜੀ ਦਾ ਪੰਜਾਬੀ ਸੂਟ ਪਾਇਆ ਹੋਇਆ ਸੀਗਾ ਤੇ ਉਹ ਕੁੜੀ ਗਰੋਸਰੀ ਕਰਦੀ ਪਈ ਸੀ ਤੇ ਉੱਥੋਂ ਨਾ ਦੋ ਗੋਰੀਆਂ ਜਾ ਰਹੀ ਸੀ, ਇੱਕ ਉਹ ਆਪਣੀ ਮਮ ਦੇ ਨਾਲ ਸੀ, ਉਹਦੀ ਛੋਟੀ ਕੁੜੀ ਸੀਗੀ ਤੇ ਉਹਨੇ ਮੈਂ ਦੇਖ ਕੇ ਉਹਨੂੰ ਲੱਗਾ ਨਾ ਜੋ ਕੁੜੀ ਉਹਦੇ ਕ੍ਰੋਸ ਉਹਨੇ ਕੋਲ ਦੀ ਲੰਗੀ ਜਮਾ ਨਾ ਪੰਜਾਬੀ ਸੂਟ ਜਿਹਦੇ ਪਾਇਆ ਸੀ ਗੋਰੀ ਦੇ ਫੇਸ ਐਕਸਪ੍ਰੈਸ਼ਨ ਤੋਂ ਇਦਾਂ ਲੱਗ ਰਿਹਾ ਸੀ, ਮਤਲਬ ਉਹਨੇ ਨਾ ਜਿਵੇਂ ਆਹ ਕੀ ਪਾਇਆ ਤੂੰ ਹਨਾ, ਜਿਵੇਂ ਡਰੈਸ ਕੀ ਆ ਹਨਾ, ਮੈਨੂੰ ਉਹਦੇ ਫੇਸ ਐਕਸਪ੍ਰੈਸ਼ਨ ਤੋਂ ਇਦਾਂ ਲੱਗਿਆ ਕਿ ਉਹਨੇ ਲਾਈਕ ਨਹੀਂ ਕੀਤਾ। ਜਿਵੇਂ ਆਈ ਡੋਨਟ ਨੋ ਕਿ ਇਹ ਬਰੈਂਪਟਨ ਦੇ ਵਿੱਚ ਹੋਇਆ ਕਿ ਕਿੱਦਾਂ ਹੋਇਆ, ਪਤਾ ਨਹੀਂ ਕੀ ਚੱਕਰ ਸੀ, ਕਿਉਂਕਿ ਮੇਰੀ ਵੀ ਮਿਸਟੇਕ ਹੋ ਸਕਦੀ, ਪਤਾ ਨਹੀਂ ਕੀ ਹੋ ਸਕਦਾ ਕਿ ਮੈਨੂੰ ਮਿਸਅੰਡਰਸਟੈਂਡਿੰਗ ਹੋ ਸਕਦੀ ਹੈ, ਕੁਝ ਵੀ ਹੋ ਸਕਦਾ, ਪਰ ਮੈਨੂੰ ਲੱਗਾ ਉਹਦੇ ਫੇਸ ਤੋਂ ਕਿ ਉਹਨੇ ਲਾਈਕ ਨਹੀਂ ਕੀਤਾ ਉਹ ਚੀਜ਼। ਮਤਲਬ ਕੀ ਹੈ ਇਹ? ਵੈਸੇ ਵੀ ਉਹ ਚੀਜ਼ ਇਹ ਵੀ ਹੋ ਸਕਦੀ ਹੈ ਹਨਾ ਵੀ ਲਾਈਕ ਉਹ ਬੰਦੇ ਨੇ ਲਾਈਕ ਨਹੀਂ, ਜਿਵੇਂ ਹੁਣ ਆਪਾਂ ਦੇਖ ਲਈਏ ਵੀ ਜਿਵੇਂ ਆਪਾਂ ਇੰਡੀਆ ਦੇ ਵਿੱਚ ਵੀ ਗੱਲ ਕਰ ਲੈਣੇ ਹਨਾ ਵੀ ਜੇ ਕੋਈ ਇੱਕ ਵੀਅਰਡ ਜੇ ਤਰੀਕੇ ਨਾਲ ਡਰੈਸਅਪ ਹੋਊਗਾ ਆਪਾਂ ਉਸ ਦੇ ਕੰਨੀ ਵੀ ਦੇਖ ਕੇ ਸੋਚਦੇ ਹਨਾ ਵੀ ਇਹ ਕਿਉਂ ਆਏ ਡਰੈਸਅਪ ਆ। ਉਹਨਾਂ ਲਈ ਜਿਵੇਂ ਆਪਣਾ ਜਿਹੜਾ ਪੰਜਾਬੀ ਸੂਟ ਆ ਹਨਾ ਉਹਨਾਂ ਲਈ ਵੀਅਰਡ ਆ, ਲਾਈਕ ਉਹਨਾਂ ਨੇ ਉਹ ਚੀਜ਼ਾਂ ਦੇਖੀਆਂ ਨਹੀਂ ਗੀਆਂ ਕਿਉਂਕਿ ਬਹੁਤ ਜ਼ਿਆਦਾ ਪੰਜਾਬੀ ਬਰੈਂਪਟਨ ਦੇ ਵਿੱਚ ਹੀ ਹੁੰਦਾ, ਮਤਲਬ ਨਹੀਂ, ਬਰੈਂਪਟਨ ਦੇ ਸਟੂਡੈਂਟ ਦੇ ਤੁਹਾਨੂੰ ਹੁਣ ਪਤਾ ਹੀ ਹੈ, ਪਤਾ ਨਹੀਂ ਕੋਈ ਇਦਾਂ ਦਾ ਐਕਸਪੀਰੀਅੰਸ ਸਾਡੇ ਨਾਲ ਨਹੀਂ ਹੋਇਆ, ਕੀ ਪਤਾ ਹੁਣ हो गया नहीं, मैं मेरे साथ वो कौन गया था, क्या बोलते हैं, जब मैं अपने आईपैड के लिए कवर ले रहा था, हाँ हम दोनों गए थे, हाँ ना, मैं और दीपा भाई गए थे, तो उसमें मैंने क्लियर मतलब एक चीज़ देखी थी, एक तरफ गोरी थी, थोड़ी बुड्ढी थी, एक बार हम भी गए थे। हाँ नहीं, बट लेकिन एक बार उससे पहले की बात है, जब मैं और दीपा भाई गए थे तो मैंने देखा, मैं कहा दीपा भाई एक चीज़ करते हैं, मैंने गोरी से पूछा, पहले मैंने इंडियन से पूछा, इंडियन, तो उससे मैंने पूछा कि मेरे को अब बताओगी क्या बोलते हैं आईपैड के कवर कहाँ मिलेंगे, मुझे पता नहीं है, तो उसने सीधा इशारा करके बोल दिया उधर है ना, और फिर जैसे गोरी से पूछा मैंने, वो लेके गई हमको वहाँ तक। तो मतलब कस्टमर सेटिस्फैक्शन सर्विस में भी आपको हमारे लगता थोड़ी बहुत कमी है। ਨਹੀਂ ਉਹ ਗੱਲ ਦੀ ਤੁਹਾਡੀ ਬਿਲਕੁਲ ਗੱਲ ਸਹੀ ਹੈ ਨਾ ਵੀ ਜਿਵੇਂ ਆਪਾਂ ਲਾਈਕ ਇੱਕ ਡੈਡੀਕੇਸ਼ਨ ਲੈਵਲ ਹੁੰਦਾ, ਬਟ ਇਹ ਨਹੀਂ ਹੈਗਾ ਵੀ ਹਰ ਇੱਕ ਇੰਡੀਅਨ ਉਸ ਟਾਈਪ ਦੇ ਨਾਲ ਜਾਂ ਫਿਰ ਹਰ ਇੱਕ ਇਮੀਗ੍ਰੈਂਟ ਉਵੇਂ ਹੁੰਦਾ। ਲਾਈਕ ਕੁਛ ਤੁਸੀਂ ਇਹ ਚੀਜ਼ ਦੀ ਗੱਲ ਕਰਦੇ ਹੋ ਨਾ, ਤੇ ਜਿਵੇਂ ਇੱਕ ਆਪਣੇ ਇੱਕ ਸਟੈਮ ਹਾਰਡਨਸ ਆ ਹਨਾ ਉੱਥੇ ਆਪਣੇ ਕੈਂਬਰਿਜ ਆ ਹਨਾ, ਉੱਥੇ ਇੱਕ ਪੰਜਾਬੀ ਕੁੜੀ ਆ ਉਹ ਡਰਾਈਵ ਥਰੂ ਤੇ ਕੰਮ ਕਰਦੀ ਆ, ਬਟ ਉਹ ਇੰਨੇ ਵਧੀਆ ਤਰੀਕੇ ਨਾਲ ਤੁਹਾਨੂੰ ਗ੍ਰੀਟ ਕਰਦੀ ਆ। ਜਦ ਵੀ ਅਸੀਂ ਉੱਥੇ ਜਾਂਦੇ ਹੁੰਦੇ ਸੀ ਹਨਾ ਤੇ ਬਹੁਤ ਹੀ ਚੰਗੇ ਤਰੀਕੇ ਨਾਲ ਇੱਕ ਗ੍ਰੀਟ ਕਰਦੀ ਆ, ਤੇ ਉਹ ਆਪਾਂ ਇਹ ਨਹੀਂ ਕਹਿ ਸਕਦੇ ਹੈਗੇ ਲਾਈਕ ਵੀ ਜੇ ਉਹ ਇੰਡੀਅਨ ਆ ਜਾਂ ਫਿਰ ਉਹ ਆ ਵੀ ਉਹਨਾਂ ਨੂੰ ਜ਼ਿਆਦਾ ਇੰਨਾ ਨਹੀਂ, ਉਹ ਡਿਪੈਂਡ ਕਰਦਾ ਪਰਸਨ ਟੂ ਪਰਸਨ। ਹੁਣ ਤੁਸੀਂ ਇੱਕ ਗੱਲ ਯਾਦ ਕਰੋ, ਇੱਕ ਵਾਰ ਆਪਾਂ ਕੈਂਬਰਿਜ ਗਏ ਸੀਗੇ, ਰਿਮੈਂਬਰ ਕਰਦੇ ਹੋ ਜਦ ਆਪਾਂ ਮੈਕਡੋਨਲਡ ਦੇ ਡਰਾਈਵ ਥਰੂ ਤੇ ਸੀਗੇ हाँ ਹਨਾ, ਉਹ ਇੰਡੀਅਨ ਤਾਂ ਨਹੀਂ ਸੀਗੀ ना, वो इंडियन नहीं थी, ਉਹ ਇੰਡੀਅਨ ਨਹੀਂ ਸੀ, ਬਟ ਉਹਨੇ ਕਿੰਨਾ ਆਪਣੇ ਨਾਲ ਰਿਊਡ ਬਿਹੇਵੀਅਰ ਕੀਤਾ ਸੀ। ये तो है, ਤੇ ਉਹ ਬੰਦੇ ਤੋਂ ਬੰਦੇ ਡਿਪੈਂਡ ਕਰਦਾ ਹੁੰਦਾ, ਉਹ ਲਾਈਕ ਉਹ ਨੈਸ਼ਨੈਲਿਟੀ ਜਾਂ ਫਿਰ ਉਹ ਮਤਲਬ ਉਹਦਾ ਸਟੇਟਸ ਨਹੀਂ ਦੱਸਦਾ ਹੈਗਾ। स्टेटस में सही बात है, सही बात है। ਮੈਂ ਮੋਸਟ ਆਫ ਦੀ ਗਰਲਸ ਦੇਖਿਆ ਇੱਥੇ ਬਰੈਂਪਟਨ ਦੇ ਵਿੱਚ ਲਾਈਕ ਨਹੀਂ ਕਰਦੀਆਂ, ਮਤਲਬ ਕਿ ਨਾ ਜੌਬ ਜੇ ਤਾਂ ਤੁਸੀਂ ਮਤਲਬ ਜੇ ਤੁਸੀਂ ਕਿਸੇ ਸ਼ਿਫਟ ਲਾ ਰਹੇ ਹੋ ਨਾ, ਕਿਤੇ ਵੀ ਤੁਸੀਂ ਜੌਬ ਕਰ ਰਹੇ ਹੋ ਤਾਂ ਤੁਹਾਡਾ ਇਹ ਬਣਦਾ ਕੀ ਫਰਜ਼ ਹੈ ਨਾ ਕਿ ਤੁਸੀਂ ਮਤਲਬ ਆਪਣੇ ਕਸਟਮਰ ਨੂੰ ਵਧੀਆ ਡੀਲ ਕਰੋ। ਮੈਂ ਮੋਸਟ ਆਫ ਗਰਲਸ ਦੇਖਿਆ ਮਤਲਬ ਨਾ ਅੱਕ ਕੇ ਜੇ ਕੰਮ ਕਰਦੀਆਂ ਕਿ ਨਹੀਂ ਯਾਰ ਬਸ ਕਿ ਅਸੀਂ ਸਾਡੇ ਕੋਲ 8 ਘੰਟੇ ਸ਼ਿਫਟ ਆ ਤੇ ਮਤਲਬ ਕਿ ਅਸੀਂ ਇੱਥੇ ਆਵਰਸ ਪੂਰੇ ਕਰਨੇ ਆ ਤੇ ਅਸੀਂ ਚੱਲ ਜਾਣਾ। ਮਤਲਬ ਜਿੱਦਾਂ ਉਹਨਾਂ ਦਾ ਇਦਾਂ ਆ, ਗੋਰਿਆਂ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਸਾਰੇ ਗੋਰੇ ਨਹੀਂ ਪਰ ਮੋਸਟਲੀ ਗੋਰੇ, ਉਹਨਾਂ ਨੂੰ ਟਰੀਟ ਕਰਨਾ ਬਹੁਤ ਵਧੀਆ ਹੁੰਦਾ, ਜੋ ਮਰਜ਼ੀ ਆ ਉਹਨਾਂ ਨੇ ਸਮਾਈਲ ਦੇ ਗੱਲ ਕਰਨੀ ਆ। ਆਪਾਂ ਨੂੰ ਇਹ ਚੀਜ਼ਾਂ ਸਿੱਖਣ ਦੀ ਲੋੜ ਆ, ਜਾਂ ਫਿਰ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਨਹੀਂ ਬਈ ਉਹ ਕੰਮ ਨੂੰ ਕੰਮ ਸਮਝਿਆ ਉਹਨਾਂ ਨੇ, ਪਰ ਅਸਲ 'ਚ ਗੋਰੇ ਇਹ ਚੀਜ਼ ਸਿੱਖਦੇ ਆ ਵੀ ਬਸ ਉਹਨਾਂ ਨੂੰ ਟਰੀਟ ਕਿੱਦਾਂ ਕਰਨਾ, ਮੋਹਰਲੇ ਨੂੰ ਸਮਾਈਲ ਦੇ ਨਾਲ ਜਾਂ ਇੱਦਾਂ, ਉਹ ਚੀਜ਼ਾਂ ਆ ਹਨਾ। ਬਾਕੀ ਇਹ ਆ ਵੀ ਜਾਣੀ ਕਿ ਕੁੜੀਆਂ ਵੀ ਦੇਖ ਕੇ ਮੋਹਰਲਾ ਬੰਦਾ ਦੇਖਦੀਆਂ ਵੀ ਸਾਡੀ ਸਮਾਈਲ ਸਾਨੂੰ ਇਹਨਾਂ ਤੰਗ ਕਰੇ ਹਨਾ। ਪਰ ਉਦੋਂ ਜਦੋਂ ਆਪਾਂ ਦੋਨੇ ਗਏ ਸੀਗੇ ਤੇ ਆਪਾਂ ਸਿੰਪਲ ਉਹਨਾਂ ਨੂੰ ਇਹ ਪੁੱਛਿਆ ਸੀ ਕਿ ਆਈਪੈਡ ਦਾ ਕਵਰ ਤੁਸੀਂ ਸਾਨੂੰ ਸ਼ੋਅ ਕਰ ਦੋਗੇ, ਉਹਨੇ ਆਪਣੇ ਵੱਲ ਅੱਖ ਵੀ ਨਹੀਂ ਮਿਲਾਈ ਹਨਾ, ਈਵਨ ਕਿ ਉਹਨੇ ਆਪਣੇ ਵੱਲ ਦੇਖਿਆ ਵੀ ਨਹੀਂ, ਉਹਨੇ ਆਪਾਂ ਨੂੰ ਐ ਕਵਰ ਫੜਾਤਾ, ਲਓ ਫੜੋ ਕਵਰ। ਇਹਦੇ ਉੱਤੇ ਪਤਾ ਤੇ ਦਿਗੰਬਰ ਆਉਂਦਾ ਹੈ ਥੈਂਕ ਯੂ ਗਿਆ ਹੈ, ਥੈਂਕ ਯੂ ਉਹਨੇ ਰਿਪਲਾਈ नहीं नहीं भाई नहीं मैं एक चीज़ बताऊँ आपको, एक साइड रखना। कल परसों की बात है, मैं वॉलमार्ट गया था हरपेश भाई के साथ, तो एक तीन थे गोरे, पीछे थी एक ब्राउन, होगी क्या पता इंडियन पाकिस्तानी बांग्लादेशी कहीं की भी हो सकती है। उसने अपने फ़ोन पे कॉल करी कि मैं अपना वॉलेट भूल गई थी, इसलिए मैं लाइन में खड़ी थी, मुझे बाद में ध्यान आया किसी से बात कर रही होगी फ़ोन पे, वो 6ठे नंबर पे खड़ी थी,
तो उसने बोला कि अब किसी से बात करी, मैं अपना पर्स भूल गई थी, इस वजह से मैं दोबारा वापस आई हूँ। आगे पलट के 2 गोरियाँ कहती है, ओहो तू तरह से ऐसा हुआ है, कोई काम कर, तू हमारे आगे आ जा, तू तब से रुकी हुई होगी। तो मैं ये कह रहा हूँ कि ये चीज़ सीखने वाली है, बड़े चांसेस है कि ये हम में तो नहीं हो पाएंगे। ਯਾਰ ਇੱਕ ਗੱਲ ਤੁਸੀਂ ਲਾਈਕ ਹੈ ਨਾ, ਤੁਸੀਂ ਕਹਿਣੇ ਆ ਵੀ ਲਾਈਕ ਆਪਣੇ ਇੰਡੀਅਨਸ ਨੂੰ ਜਾਂ ਫਿਰ ਜਿਵੇਂ ਕਿਹਨੂੰ ਵੀ ਹੈ ਨਾ ਵੀ ਮਤਲਬ ਇੱਕ ਵੇ ਆਫ ਉਹਨਾਂ ਦੀ ਰਿਸਪੌਂਸਿਬਿਲਿਟੀ ਉਹ ਨਹੀਂ ਸਮਝਦੇ ਹੈਗੇ। ਬਟ ਤੁਸੀਂ ਇੱਕ ਗੱਲ ਸੋਚ ਕੇ ਦੇਖੋ, ਹੁਣ ਆਪਾਂ ਬਰੈਂਪਟਨ ਦੀ ਗੱਲ ਕਰ ਰਹੇ ਹਾਂ ਹੈ ਨਾ, ਵੀ ਉਰੇ ਮੋਸਟ ਆਫ ਦ ਲਾਈਕ ਹੈ ਨਾ ਵੀ ਆਪਣੇ ਪੰਜਾਬੀ ਆ, ਸਟੂਡੈਂਟਸ ਆ, ਯੰਗਸਟਰਸ ਆ ਹੈ ਨਾ, ਚਾਹੇ ਜੋ ਵੀ, ਮੈਂ ਨਹੀਂ ਕਹਿੰਦਾ ਇਕੱਲੇ ਸਟੂਡੈਂਟਸ, ਨਾਰਮਲੀ ਯੰਗਸਟਰਸ ਵੀ ਹੈ ਨਾ। ਜੇ ਹੁਣ ਇੱਕ ਆਪਾਂ ਉਹ ਕੁੜੀ ਦੇ ਪਰਸਪੈਕਟਿਵ ਤੋਂ ਦੇਖੀਏ ਨਾ, ਵੀ ਜੇ ਲਾਈਕ ਇੱਕ ਆਪਣੀ ਆਈਡੀਓਲੋਜੀ ਇਹ ਬਣੀ ਹੁੰਦੀ ਹੈ, ਜਿਵੇਂ ਆਪਾਂ ਇੰਡੀਆ ਤੋਂ ਸਾਰੇ ਆਏ ਹਾਂ ਹੈ ਨਾ, ਵੀ ਜੇ ਆਪਾਂ ਕਿਸੇ ਨਾਲ ਹੱਸ ਕੇ ਗੱਲ ਕਰਦੀਆਂ ਕੁੜੀਆਂ ਤਾਂ ਉਹ ਉਸ ਚੀਜ਼ ਨੂੰ ਮਤਲਬ ਇੱਕ ਤਰੀਕੇ ਦਾ ਨੈਗੇਟਿਵ ਵੇ ਨਾਲ ਵੀ ਲੈ ਜਾਂਦੇ ਨੇ ਕਈ, ਤੇ ਉਹ ਵੀ ਇੱਕ ਗੱਲ ਹੁੰਦੀ ਹੈ ਨਾ ਵੀ ਆਪਣੀ ਇੱਕ ਸੁਸਾਇਟੀ ਦੀ ਜਿਹੜੀ ਸੋਚ ਆ, ਮਾਈਂਡ ਸੈਟ ਆ। ਉਹੀ ਕੁੜੀ ਜੇ ਕਿਸੇ ਗੋਰੇ ਨੂੰ ਟਰੀਟ ਕਰ ਰਹੀ ਹੋਊਗੀ ਜਾਂ ਫਿਰ ਉਹਨੂੰ ਸਰਵ ਕਰ ਰਹੀ ਹੋਊਗੀ, ਠੀਕ ਆ, ਤੇ ਉਸਦੇ ਐਕਸਪ੍ਰੈਸ਼ਨਸ, ਵੇ ਆਫ ਟਾਕਿੰਗ ਡਿਫਰੈਂਟ ਹੋਊਗਾ, ਕਿਉਂਕਿ ਉਹਨੂੰ ਪਤਾ ਵੀ ਉਹ ਬੰਦਾ ਇਹਦੇ ਬਾਰੇ ਆਪਣੇ ਮਾਈਂਡ ਦੇ ਵਿੱਚ ਕੁਝ ਵੀ ਗਲਤ ਨਹੀਂ ਸੋਚ ਰਿਹਾ ਹੈਗਾ। ਤੇ ਜਿਹੜਾ ਆਪਾਂ ਹੁਣ ਤੁਸੀਂ ਕਹਿੰਦੇ ਆ ਵੀ ਡਰਾਈਵ ਥਰੂ ਦੇ ਤੋਂ ਤੁਸੀਂ ਜਾਣਦੇ ਆ, ਠੀਕ ਹੈ, ਹੁਣ ਤੁਸੀਂ ਇੱਕ ਚੀਜ਼ ਦੇਖੋ, ਟਿਕਟੋਕ ਯੂਜ਼ ਕਰਦੇ ਆ ਕਿੰਨੇ ਆਪਣੇ ਜਿਹੜੇ ਨੇ ਲੋਕ, ਮੈਂ ਤਾਂ ਨਹੀਂ ਯੂਜ਼ ਕਰਤਾ, ਚਲੋ ਨਹੀਂ ਕਰਦੇ ਹੈਗੇ, ਬਟ ਇੱਕ ਇੰਸਟਾਗ੍ਰਾਮ ਕਰਦੇ ਹੋ ਹੈ ਨਾ, ਕਈ ਲੋਕ ਵੀਡੀਓਜ਼ ਬਣਾਉਂਦੇ ਨੇ ਹੈ ਨਾ, ਡਰਾਈਵ ਥਰੂ ਦੇ ਉੱਤੇ ਜਾ ਕੇ ਪੰਜਾਬੀ 'ਚ ਆਰਡਰ ਦੇਣਾ, ਇਹ ਕਰਨਾ, ਉਹ ਚੀਜ਼ਾਂ ਉਹਨਾਂ ਨੂੰ ਜਿਹੜੀਆਂ ਨੇ ਨਾ ਉਹ ਕਰ ਦਿੰਦੀਆਂ ਨੇ, ਕੀ ਕਹਿੰਦੇ ਆ ਆਪਣਾ ਵੀ ਡੀਮੋਟੀਵੇਟ ਕਰ ਦਿੰਦੀਆਂ, ਉਹ ਇੱਕ ਨੈਗੇਟਿਵ ਵੇ ਦੇ ਨਾਲ ਆਪਣੀ ਕਮਿਊਨਿਟੀ ਜਾਂ ਫਿਰ ਆਪਣੇ ਲੋਕਾਂ ਨੂੰ ਰਿਪਰੈਜ਼ੈਂਟ ਕਰਦੀਆਂ ਨੇ ਉਹ ਚੀਜ਼ਾਂ। ਬਿਲਕੁਲ ਕੁੜੀਆਂ ਨੂੰ ਵੀ ਦੇਖਣਾ ਇਸੇ ਗੱਲ ਕਰਕੇ ਵੀ ਜੇ ਅਸੀਂ ਉਹਨਾਂ ਨੂੰ ਸਮਾਈਲ ਦੀ ਗੱਲ ਕਰਦੇ ਹਾਂ ਜਾਂ ਵਧੀਆ ਰਿਸਪੌਂਸ ਦਿੰਦੇ ਹਾਂ ਤਾਂ ਉਹਨਾਂ ਨੂੰ ਗਲਤ ਪਾਸੇ ਨਾ ਲੈ ਕੇ ਜਾਣ, ਹੈ ਨਾ। ਆਪਾਂ ਨੂੰ ਵੀ ਇਹਨਾਂ ਚੀਜ਼ਾਂ ਨੂੰ ਮਾੜਾ ਜਿਹਾ ਧਿਆਨ ਦੇਣ ਦੀ ਲੋੜ ਆ ਵੀ ਚਲੋ, ਕਿਉਂਕਿ ਜੇ ਆਪਾਂ ਚਾਹੁੰਦੇ ਆ ਵੀ ਗੋਰਿਆਂ ਦਾ ਕਲਚਰ ਅਡੋਪਟ ਕਰੀਏ ਹੈ ਨਾ, ਤੇ ਸਾਰਿਆਂ ਨੂੰ ਕਰਨਾ ਪੈਣਾ, ਸਿਰਫ ਜਿਹੜੇ ਕੰਮ ਕਰਦੇ ਆ ਉਹਨਾਂ ਤੇ ਨਹੀਂ ਰਿਸਪੌਂਸਿਬਿਲਿਟੀ ਸਾਰੀ ਹੈਗੀ। ਕਿ ਜੇ ਤੁਸੀਂ ਹੱਸ ਕੇ ਗੱਲ ਕਰ ਰਹੇ ਹੋ, ਸਮਾਈਲ ਦੇ ਕਰ ਰਹੇ ਹੋ, ਤੁਹਾਡੀ ਅਟੈਂਸ਼ਨ ਗਲਤ ਹੋਣੀ ਆ, ਇਹ ਨਹੀਂ ਹੁੰਦਾ ਕਿ ਤੁਹਾਡੀ ਅਟੈਂਸ਼ਨ ਨਹੀਂ ਗਲਤ ਹੋਣੀ ਚਾਹੀਦੀ, ਕੁਝ ਵੀ ਤੁਹਾਡਾ ਮਤਲਬ ਕੀ ਵੇ ਆ ਤੁਹਾਡਾ। ਹਰ ਆਪਾਂ ਹੁਣ ਗੋਰੇ ਦੇਖਦੇ, ਕਿੰਨੇ ਕਾਲੇ ਦੇਖਦੇ ਆ, ਮਤਲਬ ਬਲੈਕ ਪੀਪਲ ਦੇਖਦੇ ਆ, ਉਹ ਹਰ ਵਾਰੀ ਉਹਨਾਂ ਮਤਲਬ ਫਲਰਟੀ ਹੋ ਕੇ ਗੱਲ ਕਰਦੇ ਨੇ ਹੈਗਾ, ਉਹਨਾਂ ਦੀ ਅਟੈਂਸ਼ਨ ਨਹੀਂ ਗਲਤ ਹੋਣੀ ਚਾਹੀਦੀ, ਮਤਲਬ ਕਿ ਤੁਹਾਡਾ ਮਤਲਬ ਕਿ ਵੇ ਆਫ ਟਾਕਿੰਗ ਮਤਲਬ ਤੁਹਾਡਾ ਵਧੀਆ ਹੋਣਾ ਚਾਹੀਦਾ, ਥੋੜਾ ਕਿ ਦੂਜੇ ਬੰਦੇ ਨੂੰ ਕੰਫਰਟੇਬਲ ਫੀਲ ਹੋਵੇ ਹੈ ਨਾ, ਕਿਤੇ ਵੀ ਆ। ਪਰ ਜ਼ਰੂਰੀ ਨਹੀਂ ਮਤਲਬ ਕਿ ਤੁਹਾਡੀ ਅਟੈਂਸ਼ਨ ਹਰ ਕਿਤੇ ਹੀ ਗਲਤ ਹੋਣੀ ਚਾਹੀਦੀ ਹੈ, ਮਤਲਬ ਕਈ ਹੁੰਦੇ ਨੇ ਮਤਲਬ ਜ਼ਰੂਰੀ ਨਹੀਂ ਕਿ ਤੁਸੀਂ ਹੱਸ ਕੇ ਗੱਲ ਕਰਾਂ ਤੁਹਾਡੀ ਅਟੈਂਸ਼ਨ ਉੱਥੇ ਹੀ ਗਲਤ ਹੋਊਗੀ, ਕਈ ਬਿਨਾਂ ਮਤਲਬ ਉੱਦਾਂ ਕਿਤੇ ਵੀ ਅਟੈਂਸ਼ਨ ਬਹੁਤ ਜਗ੍ਹਾ ਗਲਤ ਹੋ ਜਾਂਦੀ ਹੈ ਨਾ, ਇੰਟੈਂਸ਼ਨ ਤਾਂ ਗਲਤ ਰਹਿਤੀ ਹੈ। ਹਾਂ, ਤੁਹਾਡੀ ਅਟੈਂਸ਼ਨ ਤੁਹਾਡੀ ਕਲੀਅਰ ਹੋਣੀ ਚਾਹੀਦੀ, ਮਤਲਬ ਕਿ ਤੁਹਾਡਾ ਮਤਲਬ ਜੋ ਵੀ ਆ, ਜ਼ਰੂਰੀ ਨਹੀਂ ਮਤਲਬ ਜੇ ਤੁਸੀਂ ਸਮਾਈਲ ਕਰਦੇ ਹੋ ਇਹ ਗਲਤ ਹੀ ਹੋਵੋਗੇ। ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਲਾਈਕ ਹੈ ਨਾ, ਹੁਣ ਆਪਾਂ ਦੇਖ ਰਹੇ ਆ ਆਪਣੇ ਜਿਵੇਂ ਸੁਸਾਇਟੀ ਆ ਹੈ ਨਾ, ਇੱਕ ਤਰੀਕੇ ਨਾਲ ਰਾਈਜ਼ ਹੋ ਰਹੀ ਆ, ਤੇ ਉਹ ਰਾਈਜ਼ ਹੋ ਰਹੀ ਆ ਸੁਸਾਇਟੀ ਤਾਂ ਤਰੀਕੇ ਇਹ ਆਪਾਂ ਨੂੰ ਡਰਾਬੈਕਸ ਦਿਖਦੇ ਨੇ ਹਲੇ ਹੈ ਨਾ, ਵੀ ਇਹ ਚੀਜ਼ਾਂ ਹਲੇ ਆਪਣੇ ਦੇ ਵਿੱਚ ਡਰਾਬੈਕਸ ਨੇ, ਆਪਾਂ ਇਹ ਚੀਜ਼ਾਂ 'ਚ ਪਿੱਛੇ ਆ। ਤਾਂ ਉਹੀ ਚੀਜ਼ਾਂ ਜਦ ਆਪਾਂ ਨੂੰ, ਜਦ ਬੰਦਾ ਇਹ ਐਨਾਲਾਈਜ਼ ਕਰਦਾ ਨਾ ਵੀ ਇਹ ਚੀਜ਼ ਮੇਰੇ 'ਚ ਕਮੀ ਆ, ਤਾਂ ਹੀ ਉਹ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹੁੰਦਾ। ਹੁਣ ਉਹਨੂੰ ਪਤਾ, ਜਿਵੇਂ ਮੈਨੂੰ ਪਤਾ ਵੀ ਹੈ ਨਾ, ਲਾਈਕ ਮੇਰੇ ਕਮਿਊਨੀਕੇਸ਼ਨ ਗੁੱਡ ਨਹੀਂ ਹੈਗੀ, ਤਾਂ ਹੀ ਮੈਂ ਉਹ ਕਮਿਊਨੀਕੇਸ਼ਨ ਨੂੰ ਬੈਟਰ ਕਰਨ ਦੀ ਕੋਸ਼ਿਸ਼ ਕਰੂੰਗਾ। ਜਦ ਤੱਕ ਮੈਨੂੰ ਪਤਾ ਹੀ ਨਹੀਂ ਲੱਗੂਗਾ ਵੀ ਮੇਰੀ ਪ੍ਰੋਬਲਮ ਕੀ ਆ, ਉਦੋਂ ਤੱਕ ਮੈਂ ਉਹਦਾ ਸੋਲੂਸ਼ਨ ਨਹੀਂ ਲੱਭੂੰਗਾ। ਐਵੇਂ ਜਿਵੇਂ ਹੁਣ ਆਪਾਂ ਕਹੀਏ ਵੀ ਜੇ ਉਹਨਾਂ ਨੇ ਜਿਵੇਂ ਹੁਣ ਲਾ ਲਓ ਵੀ ਜਿਵੇਂ ਇੱਕ ਸੁਪਰਵਾਈਜ਼ਰ ਜਾਂ ਫਿਰ ਇੱਕ ਮੈਨੇਜਰ ਦਾ ਕੰਮ ਕੀ ਹੁੰਦਾ ਹੈ ਨਾ, ਵੀ ਆਪਣੇ ਟੀਮ ਨੂੰ ਦੱਸਣਾ ਵੀ ਤੁਸੀਂ ਇਹ ਚੀਜ਼ ਦੇ ਵਿੱਚ ਐਂ ਗਲਤ ਸੀ, ਕਿਉਂਕਿ ਇੱਕ ਜੇ ਆਪਾਂ ਕਹੀਏ ਇੱਕ ਰੈਸਟੋਰੈਂਟ ਦੇ ਵਿੱਚ ਚਾਹੇ ਇੱਕ ਡਰਾਈਵ ਥਰੂ ਦੇ ਉੱਤੇ ਇੱਕ ਬੰਦਾ ਕੰਮ ਨਹੀਂ ਕਰ ਰਿਹਾ ਹੁੰਦਾ, 5 6 ਜਾਂ 7 ਜਣੇ ਕੰਮ ਕਰ ਰਹੇ ਹੁੰਦੇ ਆ। ਜੇ ਉਹ ਇੱਕ ਬੰਦੇ ਨੇ ਕੋਈ ਰੂਡ ਬਿਹੇਵੀਅਰ ਕੀਤਾ ਤਾਂ ਦੂਸਰੀ ਰਿਸਪੌਂਸਿਬਿਲਿਟੀ ਆ ਉਹਨੂੰ ਸਮਝਾਉਣਾ ਵੀ ਇਹ ਚੀਜ਼ ਐਵੇਂ ਨਹੀਂ ਸੀਗੀ, ਇਹ ਐਂ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਉਹ ਚੀਜ਼ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਰਿਸਪੌਂਸਿਬਿਲਿਟੀ ਸਮਝਣੀ ਚਾਹੀਦੀ ਹੈ ਨਾ, ਵੀ ਆਪਾਂ ਇਸ ਚੀਜ਼ ਨੂੰ ਟੈਕਲ ਕਿਵੇਂ ਕਰੀਏ ਤੇ ਆਪਾਂ ਇਹ ਚੀਜ਼ ਕਿਵੇਂ ਆਪਣੀ ਜਿਹੜੀ ਆ ਅਵੋਇਡ ਕਰ ਸਕਦੇ ਹਾਂ। सही बात है। तो मैं एक चीज़ और नोटिस करी, मतलब एक तो कैम्ब्रिज में एक विलियम फ्रेश कैफ़े है, तो वहाँ पे मेरा एक फ्रेंड है, तो वो काम करता है। उसने बताया कि वहाँ पे $14 पर आवर, जो कि बेसिक पे है अभी, अगर किसी को कैश पे भी करना हो काम, वो करते हैं $14 पे है। बट फॉर एग्जांपल अगर जैसे हमारे हो गए तो हम 12, 11, 10, 8, 9, 8 इससे भी नीचे जाते हैं। ਸਰ ਜੀ ਹੈ ਜਿਹੜੀਆਂ ਬੀਬੀਆਂ ਉਰੇ ਕੰਮ ਕਰਦੀਆਂ ਨੇ, ਰੋਟੀਆਂ ਬਣਾਉਂਦੀਆਂ ਨੇ, ਠੀਕ ਹੈ ਜੀ, ਉਹ $6 ਤੋਂ ਸਟਾਰਟ ਹੁੰਦਾ, $6.5 ਤੋਂ। ਜਿਹੜੀਆਂ ਆਪਾਂ ਰੈਸਟੋਰੈਂਟ ਨਹੀਂ, ਵਧੀਆ ਰੈਸਟੋਰੈਂਟ ਨਹੀਂ, ਜਿਵੇਂ ਆਪਾਂ ਕਹਿ ਦਈਏ ਨਾ ਨਾਰਮਲ ਆਪਣੇ ਇੰਡੀਆ ਦੇ ਢਾਬੇ ਹੁੰਦੇ ਆ ਹੈ ਨਾ, ਉਹ ਮੇਰੇ ਨਾਰਮਲ ਸਵੀਟਸ ਹੁੰਦੀਆਂ ਨੇ ਜਿਹੜੀਆਂ ਲਾਈਕ ਰੈਸਟੋਰੈਂਟ, ਛੋਟੇ ਰੈਸਟੋਰੈਂਟ ਹੁੰਦੇ ਆ, ਤੇ ਉਹਨਾਂ ਦੇ ਵਿੱਚ ਜਿਹੜੇ ਲੇਡੀਜ਼ ਕੰਮ ਕਰਦੀਆਂ ਵਿਚਾਰੇ ਉਹਨਾਂ ਨੂੰ 6:30 7 ਤੋਂ ਸਟਾਰਟ ਕਰਦੇ ਨੇ, ਤੇ ਮੈਕਸਿਮਮ ਜਿਹੜਾ ਲਾਈਕ ਇੱਕ ਤੰਦੂਰੀ ਆ ਜਿਹੜਾ ਰੋਟੀਆਂ ਬਣਾਉਣੀਆਂ ਹਾਰਡ ਆ ਜੌਬ, ਆਟਾ ਗੁੰਨ ਕੇ ਰੋਟੀਆਂ ਬਣਾਉਣੀਆਂ ਸਾਰਾ ਕੁਝ, ਤੇ ਇਵਨ ਜਿਹੜਾ ਤੰਦੂਰੀਆ ਹੁੰਦਾ ਉਹ ਲਾਈਕ ਇੱਕ ਭੱਠੀ ਕੋਲ ਖੜਨਾ ਹਨਾ, ਉਹਨੂੰ $10 ਪੇ ਕਰਦੇ ਮੈਕਸਿਮਮ, ਜੋ ਤੁਸੀਂ ਜਿਹੜੇ ਕੈਸ਼ ਜੌਬਾਂ ਜਿਹੜੀਆਂ
ਉਹਨਾਂ ਦਾ ਹਾਲ ਮਾੜਾ ਹੀ ਆ। ਬਟ ਉਹ ਇੱਕ ਆ ਵੀ ਸਾਰੇ ਨਹੀਂ ਇਦਾਂ ਆ ਵੀ ਸਾਡੇ ਪੰਜਾਬੀ ਲੋਕ ਬਹੁਤ ਇਹੀ ਕੰਮ ਕਰਦੇ ਆ। ਜਿੱਦਾਂ ਆਪਾਂ ਕਹਿ ਦਈਏ ਵੀ ਵੱਡੇ ਰੈਸਟੋਰੈਂਟ ਆ ਜਿੱਦਾਂ ਗੋਰਿਆਂ ਦੇ ਆ, ਉਹਨਾਂ 'ਚ ਇਹ ਕੰਮ ਕੈਸ਼ ਵਾਲਾ ਕੰਮ ਹੀ ਨਹੀਂ ਹੈਗਾ, ਪਰ ਸਾਡੇ ਬੰਦੇ ਕੈਸ਼ ਦਾ ਕੰਮ ਦਿੰਦੇ ਆ, ਪਰ ਉਹਨਾਂ 'ਚ ਪੇ ਰੇਟ ਬਹੁਤ ਜ਼ਿਆਦਾ ਘੱਟ ਆ। नहीं मैं तो यार ये मानता हूँ बिना कैश के चलो कोई कैश पे तो करते ही हैं सभी, नहीं ज़रूरी है ਹਾਂਜੀ ਹਾਂਜੀ। पर लेकिन जिस हिसाब से मतलब कहाँ बेसिक पे, मैं एक बार चेक कर रहा था बेसिक पे जो अभी $6-7-8 जो आप लोग बता रहे हो, ये ओंटारियो में किस समय हुआ करती थी? 1970s 1980s में 1990s में। मतलब आज से हम 30 साल पीछे लेके चले गए। मतलब एक तरीके की स्लेवरी है एक तरीके से, जो मैं मानता हूँ लोगों का ਆਪਣਾ ਵੀ ਕਹਿੰਦੇ ਆਪਣਾ ਘਰ ਭਰਿਆ ਰਹੇ ਵੀ ਦੂਏ ਦਾ ਨਾ ਭਰੇ, ਹਨਾ। ਉਹੀ ਵਾਲਾ ਗੱਲ ਹੁੰਦਾ ਵੀ ਮੈਂ ਅਮੀਰੇ ਬਣਦਾ ਰਹਾਂ ਵੀ ਕਿਸੇ ਹੋਰ ਨੂੰ ਨਾ ਹੋ ਜਾਵੇ। ਲਾਈਕ ਜੇ ਹੁਣ ਤੁਸੀਂ ਇੱਕ ਪਲੇਟ ਦਾ ਪਰ ਪਲੇਟ ਤੁਸੀਂ ਕਾਸਟ ਕਰਦੇ ਹੋ, ਹਨਾ, ਵੀ ਤੁਹਾਨੂੰ ਪਤਾ ਹੀ ਹੈ ਨਾਰਮਲੀ $13-14 ਪਰ ਪਲੇਟ ਕਾਸਟ ਕਰਦੇ ਨੇ, ਤੇ ਇੱਕ ਰੋਟੀ ਜਿਹੜੀ ਆਪਾਂ ਖਾਂਦੇ ਹਾਂ, ਹਨਾ, ਉਹ ਇਕੱਲੀ ਇੱਕ ਰੋਟੀ ਨੂੰ $1 ਦੀ ਉਹ ਮਤਲਬ ਸੇਲ ਕਰਦੇ ਨੇ, ਹਨਾ। ਤਾਂ ਜਿਹੜੀ ਉਹ ਇੰਪਲੋਏ ਆ, ਹਨਾ, ਜਿਹੜੀ ਉਹ ਮਿਹਨਤ ਕਰ ਰਹੀ ਆ, ਉਹਨੂੰ ਆਪਣੀ ਮਿਹਨਤ ਨਹੀਂ ਮਿਲ ਰਹੀ। ਤੁਸੀਂ ਇਹ ਸੋਚ ਕੇ ਦੇਖੋ ਵੀ ਜੇ ਤੁਸੀਂ ਮਤਲਬ ਉਹਨਾਂ ਦੀਆਂ 6 ਰੋਟੀਆਂ ਵੀ ਵਿਕ ਗਈਆਂ, 7 ਰੋਟੀਆਂ ਵੀ ਵਿਕ ਗਈਆਂ 1 ਘੰਟੇ ਦੇ ਵਿੱਚ, ਤਾਂ ਉਹ ਜਿਹੜੀ ਵਿਚਾਰੀ ਪੂਰਾ 1 ਘੰਟਾ ਆਪਣੀ ਮਿਹਨਤ ਕਰ ਰਹੀ ਹੈ, ਸਾਰਾ ਕੁਝ ਬਣਾ ਰਹੀ ਹੈ, ਉਹਦੀ ਤਨਖਾਹ 7 ਰੋਟੀਆਂ ਨਾਲ ਹੀ ਨਿਕਲ ਗਈ। इवन ये बहुत लाइक हंसने वाली गल नहीं, बात ये है, ये बहुत मैं तो मानता ही हूँ, मानता हूँ भाई। बाकी अगर ਕਿਸੇ ਕੋਈ ਇਸ ਲਈ ਕੁਝ ਕਰ ਨਹੀਂ ਰਿਹਾ ਹੈਗਾ, ਉਹੀ ਜਗ੍ਹਾ ਦੇ ਉੱਤੇ ਜਾ ਕੇ। ਇਵਨ ਤੁਹਾਨੂੰ ਮੈਂ ਇੱਕ ਰੈਸਟੋਰੈਂਟ ਦੀ ਗੱਲ ਦੱਸਦਾ, ਅਸੀਂ ਉੱਥੇ ਨਾਰਮਲੀ ਫ੍ਰੀਕੁਐਂਟਲੀ ਜਾਂਦੇ ਹੁੰਦੇ ਆ, ਨਾਮ ਤਾਂ ਅਸੀਂ ਚਲੋ ਕੀ ਮੈਂਸ਼ਨ ਕਰਨਾ ਉਹ ਰੈਸਟੋਰੈਂਟ ਦਾ, ਬਟ ਉਹ ਜਗ੍ਹਾ ਦੇ ਉੱਤੇ ਅਸੀਂ ਇੰਪਲਾਈ ਤੋਂ ਪੁੱਛਿਆ ਸੀ ਉਹਨੂੰ ਟਿਪ ਕਰਨਾ ਸੀਗਾ ਨਾ, ਟਿਪ ਦੇਣੀ ਸੀ, ਬਿਕਾਜ਼ ਅਸੀਂ ਵੀ ਕੰਮ ਕਰਦੇ ਹਾਂ ਤਾਂ ਸਾਨੂੰ ਪਤਾ ਵੀ ਟਿਪ ਦੀ ਕੀ ਅਹਿਮੀਅਤ ਆ। ਤੇ ਉਸ ਟਾਈਮ ਤੋਂ ਬਾਅਦ ਦੇ ਵਿੱਚ ਹਨਾ ਅਸੀਂ ਵੀ ਟਿਪ ਕਰਨਾ, ਲਾਈਕ ਚਲੋ ਜਿੰਨਾ ਕੁ ਵੀ ਹੁੰਦਾ ਸਾਡੇ ਤੋਂ ਬਣਦਾ ਅਸੀਂ ਕਰਦੇ ਹਾਂ, ਥੋੜਾ ਬਹੁਤ ਟਿਪ ਦੇਣੀ ਚਾਹੀਏ। ਤੇ ਅਸੀਂ ਇੱਕ ਵਾਰ ਗੱਲ ਕੀਤੀ ਉਹ ਇੰਪਲੋਏ ਨਾਲ, ਅਸੀਂ ਕਿਹਾ ਵੀ ਬ్రో ਇਹ ਜਿਹੜਾ ਟਿਪ ਆ ਉਹ ਤੁਹਾਨੂੰ ਮਿਲੂਗੀ? ਉਹ ਕਹਿੰਦੇ ਨਹੀਂ ਭਾਜੀ ਦਿਓ ਨਾ। ਤੁਸੀਂ ਇਹ ਆਪ ਇੱਕ ਸੋਚ ਕੇ ਦੇਖੋ ਵੀ ਇੱਕ ਜਿਹੜਾ ਇੰਪਲੋਏ ਕੰਮ ਕਰ ਰਿਹਾ ਉਹਨੂੰ ਟਿਪ ਦੀ ਕੀ ਮਹੱਤਵ ਆ, ਹਨਾ। ਜੋ ਉਹਨਾਂ ਨੂੰ ਟਿਪ ਮਿਲਦੀ, ਜਿਹੜੇ ਸਰਵ ਕਰਦੇ ਪਏ ਆ ਹਾਂ, ਉਹਨਾਂ ਨੂੰ ਟਿਪ ਮਿਲਦੀ ਆ, ਉਹ ਟਿਪ ਉਹਨਾਂ ਤੋਂ ਲੈ ਲੈਂਦੇ ਆ, ਨਾ ਉਹਨਾਂ ਤੋਂ ਵੰਡਦੇ ਆ, ਉਹ ਸਿਰਫ ਉਹਨਾਂ ਦੇ ਆਪਣੇ ਗੱਲੇ ਜਾਂਦੇ ਆ। ਹਾਂ ਲਾਈਕ ਹਾਂ ਉਹ ਟਿਪ ਇਸ ਲਈ ਸਾਰੇ ਇਕੱਠੀ ਜਿਹੜਾ ਕਰਦੇ ਆ ਵੀ ਕੋਈ ਤੇ ਟਿਪ ਦੇਣਾ ਚਾਹੁੰਦਾ ਆ ਹਾਂ ਉਹ ਪਹਿਲਾਂ ਮੇਕ ਸ਼ੋਰ ਕਰੋ ਵੀ ਟਿਪ ਇੰਪਲਾਈ ਨੂੰ ਪਹੁੰਚਣੀ ਆ, ਜਿਹੜਾ ਕੰਮ ਕਰਦਾ ਪਿਆ, ਜਿਹੜਾ ਤੁਹਾਨੂੰ ਸਰਵ ਕਰਦਾ ਪਿਆ। ਪਤਾ ਕੀ ਆ, ਉਹ ਉਹਨਾਂ ਦਾ ਹੁੰਦਾ ਪਰ ਕਈ ਵੇਲੇ ਆਪਣਾ ਦਿਲ ਕਰਦਾ ਬਈ ਤੁਹਾਨੂੰ ਸਰਵਿਸ ਅੱਛੀ ਉਹਨਾਂ ਦੀ ਜੇਬ ਚ ਪਾ ਦਈਏ, ਪਰ ਫੇਰ ਬੰਦਾ ਦੇਖਦਾ ਵੀ ਉਹਨਾਂ ਦੀ ਜੌਬ ਨਾ ਕਿਤੇ ਗਵਾ ਜਾਵੇ। ਇਹ ਚੀਜ਼ਾਂ ये तो सही बात है। चलो बाकी बड़ी काफ़ी सीरियस बात कर ली। मैं क्या बैक होम से बताओ कहाँ से आपने दीपक भाई कहाँ से क्या पढ़ाई करी है? दोनों ही दीपक भाई बता दो। ਦੀਪਕ ਸਕੁਆਇਰ ਦੀ ਗੱਲ ਕਰ ਰਹੇ? दीपक स्क्वायर ਠੀਕ ਹੈ। ਤੇ ਮੈਂ ਸਟਾਰਟ ਲਾਈਕ ਹਨਾ ਵੀ ਆਪਣੀ ਜਿਹੜੀ ਸਕੂਲਿੰਗ ਆ ਉਹ ਨਾਭਾ ਤੋਂ ਹੀ ਕੀਤੀ ਆ 10th ਤੱਕ। ਉਸ ਤੋਂ ਬਾਅਦ ਦੇ ਵਿੱਚ ਮੈਂ ਡਿਪਲੋਮਾ ਕੀਤਾ ਕੰਪਿਊਟਰ ਸਾਇੰਸ ਦਾ। ਮੈਂ ਫੀਲਡਾਂ ਚੇਂਜ ਕਰਦਾ ਰਿਹਾ। ਉਸ ਤੋਂ ਬਾਅਦ ਦੇ ਵਿੱਚ ਮੈਂ ਸਿਵਲ ਇੰਜੀਨੀਅਰਿੰਗ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਆ। ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਲਾਈਕ IES ਇੰਡੀਅਨ ਇੰਜੀਨੀਅਰਿੰਗ ਸਰਵਿਸਿਜ਼ ਦੀ ਤਿਆਰੀ ਵੀ ਕੀਤੀ ਆ 1.5 ਸਾਲ ਨੀਅਰ ਅਬਾਊਟ, ਤੇ ਉਹ ਮੈਂ ਦਿੱਲੀ ਕੀਤੀ ਆ। ਉਸ ਤੋਂ ਬਾਅਦ ਦੇ ਵਿੱਚ ਮੈਂ 6 ਮਹੀਨੇ ਚੰਡੀਗੜ੍ਹ ਆ ਕੇ ਵਾਪਸ ਜੌਬ ਵੀ ਕੀਤੀ ਆ। ਉਸ ਤੋਂ ਬਾਅਦ ਦੇ ਵਿੱਚ ਮੈਂ ਕੈਨੇਡਾ ਜਾ ਕੇ ਪ੍ਰੋਜੈਕਟ ਮੈਨੇਜਮੈਂਟ ਕੀਤੀ ਆ। ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਹਿਊਮਨ ਰਿਸੋਰਸ ਮੈਨੇਜਮੈਂਟ ਕੀਤੀ ਆ। ਤੁਸੀਂ ਲਾਈਕ ਸੋਚ ਹੀ ਨਹੀਂ ਸਕਦੇ ਕਿਹੜੀ ਕਿਹੜੀ ਐਕਸਿਸ ਤੇ ਪਹੁੰਚ ਗਿਆ ਮੈਂ। बाकी आप बताओ दीपक भाई। ਮੈਂ ਤਾਂ ਸਕੂਲਿੰਗ ਮੇਰੀ ਜਗਰਾਓਂ ਤੋਂ ਹੀ ਸੀਗੀ। ਸਵਾਮੀ ਰੂਪਚੰਦ ਜਨ ਸਕੂਲ ਹੈਗਾ ਉੱਥੇ ਤੇ ਸੁਭਾਸ਼ ਗੇਟ ਦੇ ਨੇੜੇ, ਉੱਥੋਂ ਮੈਂ ਸਕੂਲਿੰਗ ਕੀਤੀ। ਤੇ ਉਸ ਤੋਂ ਬਾਅਦ ਗਵਰਨਮੈਂਟ ਸਾਇੰਸ ਐਂਡ ਰਿਸਰਚ ਕਾਲਜ ਹੈਗਾ ਆਪਣਾ ਰਾਏਕੋਟ ਅੱਡੇ ਕੋਲੇ, ਕਾਫੀ ਮਸ਼ਹੂਰ ਆ। ਤੇ ਸਾਨੂੰ ਪਤਾ ਨਹੀਂ ਕਿਵੇਂ ਐਡਮਿਸ਼ਨ ਮਿਲ ਗਈ ਉੱਥੇ। ਮੈਂ ਆਪਣੀ ਮਤਲਬ ਕਾਲਜ ਲਾਈਫ ਮੈਂ ਉੱਥੇ ਸਾਰੀ ਸਪੈਂਡ ਕੀਤੀ ਆ। ਤੇ ਉਸ ਤੋਂ ਬਾਅਦ ਬਸ IELTS ਪੰਗੇ ਲੈ ਕੇ ਕਿਸੇ ਨਾ ਕਿਸੇ ਤਰ੍ਹਾਂ ਕੈਨੇਡਾ ਪਹੁੰਚ ਹੀ ਗਏ ਆ। ਬਸ बेसिक मैं तो सिंगिंग भी आती है भाई को? ਬਹੁਤ ਵਧੀਆ ਸੀ। ਵਧੀਆ ਤਾਂ ਨਹੀਂ। ਚਲੋ ਨਹੀਂ, ਆਪਣਾ ਜਿਹੜਾ ਫੇਵਰੇਟ ਗਾਣਾ ਜਿਹੜਾ ਆਪਾਂ ਅਕਸਰ ਗੁੰਗਣਾਉਂਦੇ, एक बार गाई लो। ਫੇਸਬੁੱਕ नॉर्मल ਫੇਸਬੁੱਕ ਨਹੀਂ। ਚਲੋ ਫਿਰ ਮੈਂ ਦੂਜਾ ਗਾਉਣਾ ਜਿਹੜਾ ਮੈਨੂੰ ਜ਼ਿਆਦਾ ਵਧੀਆ ਨਹੀਂ, ਜਿਹੜਾ ਵਧੀਆ ਲੱਗਦਾ ਉਹ ਗਾ ਦਿਓ। ਜਿਹੜਾ ਇਸ ਟਾਈਮ ਦਿਲ ਕਰਦਾ ਜਿਹੜਾ ਗਾਉਣ ਨੂੰ। ਸੁਣ ਕੇ ਹਟੋਗੇ ਥੋੜਾ ਜਿਹਾ ਨਰਵਸ ਹੋ ਰਿਹਾ। कोई चक्कर नहीं, कोई चक्कर नहीं। ਇਹ ਵੀ ਆਪਣੇ ਹੀ ਨੇ। वो सुनने वाले कितने हैं देखते हैं, अपने ही बंदे हैं जिनको भेजेंगे लिंक। ਕਿਉਂਕਿ ਮੈਨੂੰ ਡਰ ਲੱਗਦਾ ਨਾ ਥੱਲੇ ਕਮੈਂਟ ਬਹੁਤ ਭੈੜੇ ਭੈੜੇ ਲਿਖੇ ਹੁੰਦੇ ਨੇ। हम जैसे ही लोग लिखेंगे। ਉਹ ਅੱਖੀਆਂ ਦਾ ਸੁਰਮਾ ਚੰਨ ਵੇ ਅੰਜੂਆਂ ਦੇ ਰਾਹ ਨਾ ਪੈ ਜੇ, ਤੇਰਾ ਯਥਰਾ ਸੱਜਣਾ ਵੇ ਕੱਢ ਮੇਰੀ ਜਿੰਦ ਨਾਲ ਲੈ ਜੇ। ਅੱਖੀਆਂ ਦਾ ਸੁਰਮਾ ਚੰਨ ਵੇ ਹੰਝੂਆਂ ਦੇ ਰਾਹ ਨਾ ਪੈ ਜੇ, ਤੂੰ ਐ ਦਿਲ ਜਾਨੀ ਯਾਰਾ ਦੁਨੀਆ ਬੇਗਾਨੀ ਵੇ, ਮੈਂ ਤੈਨੂੰ ਦਿਲੋਂ ਕਰਦੀ ਆਂ ਪਿਆਰ।
ਖੁਦ ਨੂੰ ਤਾਂ ਸੋਹਣੇ ਆਵੇ ਹੀਰ ਮੰਨ ਬੈਠੀਆਂ ਤੇ ਤੂੰ ਮੇਰਾ ਰਾਂਝਣ ਆ ਥਾਂ ਥਾਂ ਘੁੰਮਦੇ ਕਹਿ ਦੋ ਦੇਖੀ ਕੋਈ ਸਾਡੀ ਸੂ ਨਾ ਲੈ ਜੇ ਇਸ਼ਕ ਤੇਰਾ ਯਥਰਾ ਸੱਜਣਾ ਆਵੇ ਕੱਢ ਮੇਰੀ ਜਿੰਦ ਨਾ ਲੈ ਜੇ ਅੱਖੀਆਂ ਦਾ ਸੁਰਮਾ ਚੰਨ ਵੇ ਹੰਝੂਆਂ ਦੇ ਰਾਹ ਨਾ ਪੈ ਜੇ। एक नंबर बहुत बढ़िया। जी जी बाकी हरप्रीत भाई आप बताओ, आपने तो क्या क्या किया है? ਮੈਂ ਸਟੱਡੀ ਕੀਤੀ ਸੀ ਫਗਵਾੜੇ ਤੋਂ ਤੇ ਮੇਰਾ ਡਿਪਲੋਮਾ ਸੀਗਾ ਫਗਵਾੜਾ ਰਾਮਗੜ੍ਹੀਆ ਕਾਲਜ ਤੇ ਇਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਕੀਤੀ ਸੈਂਟ ਸੋਲਜਰ ਕਾਲਜ ਜਲੰਧਰ ਆਪਣੀ ਸਿਵਲ 'ਚ ਹੀ ਤੇ ਉਸ ਤੋਂ ਬਾਅਦ ਮੈਂ ਕੰਮ ਸਟਾਰਟ ਕੀਤਾ ਜੇ ਬਿਲਡਰ ਬਣ ਗਿਆ, ਬਹੁਤ ਵਧੀਆ ਬਿਲਡਰ ਹੈ। ਹਾਂਜੀ ਤੇ ਜੇ ਬਿਲਡਰ ਬਣ ਗਿਆ ਤਾਂ ਮੈਂ ਕੰਮ ਲੱਗਾ। ਉਸ ਤੋਂ ਬਾਅਦ ਫਿਰ ਮੈਂ ਕੰਮ ਚੇਂਜ ਕੀਤਾ, ਐਪਲਰ ਕੰਸਟਰਕਸ਼ਨ ਕੰਪਨੀ ਸੀਗੀ ਫਗਵਾੜੇ ਦੀ, ਉਹਦਾ ਜਲੰਧਰ ਕੰਮ ਸੀਗਾ ਦੇ ਕੰਸਟਰਕਸ਼ਨ ਦਾ ਕੰਮ ਕਰਦੇ ਰਹੇ ਤੇ ਉਸ ਤੋਂ ਬਾਅਦ ਫਿਰ ਵਿਚਾਰ ਬਣ ਗਿਆ ਕੈਨੇਡਾ ਦਾ, ਪਾਇਲਟ ਕੀਤੀ, ਇੱਧਰ ਆ ਗਏ। नहीं सब बहुत बढ़िया। बाकी क्या बोलते हैं, मेरे बारे में तो पता ही होगा, जो सुन रहे हैं एक दो ही हैं जो सुनते हैं, उनको तो पता ही है। बाकी मैं वैसे तो देहरादून दून ब्लॉसम स्कूल, दून ब्लॉसम्स के बाद क्या बोलते हैं दिल्ली यूनिवर्सिटी में 3 साल खूब मज़े मारे, गाना सुना बढ़िया। कौन सा था वो, कौन सा अली मंगत का कौन सा है, नहीं क्या नाम है वो, फिर करण औजला का है लोकी के अंदर मैनू क्या है वो, वाह वही उसका वाह वो सुना है, पिए थोड़ा बहुत पढ़े, थोड़ा बहुत पास हुए। फिर मेन था मेरा बाहर जाने का ही प्लान था कि थोड़ा बाहर जाऊँ, थोड़ा देखूँ जरा क्या था। और जैसा जैसा सोचा वैसा वैसा होता नहीं है, चीज़ें बिल्कुल डिफरेंट होती है, वो तो है। बट सही था, बहुत मज़ा आया, सिचुएशन जैसी जैसी भी रही। बाकी ਜੋ ਤੁਸੀਂ ਚਾਹੁੰਦੇ ਤੁਹਾਨੂੰ ਮਿਲਿਆ ਇੱਥੇ ਕੈਨੇਡਾ ਤੋਂ। बहुत ब्यूटीफुल कंट्री है। मैं मतलब कहते नहीं इंडिया माँ है कनाडा मासी बन जाएगी। ਸਹੀ ਗੱਲ ਆ। ਜਿਵੇਂ ਕਹਿੰਦੇ ਹੁੰਦੇ ਨਾ, ਕਹਿੰਦੇ ਵੀ ਅਸੀਂ ਰਾਹੇ ਚੱਲਦੇ ਰਹੇ ਹਨਾ, ਵੀ ਚੱਲਦੇ ਕਾਰਵਾ ਬਣਦਾ ਰਿਹਾ, ਨਵੇਂ ਲੋਕ ਜੁੜਦੇ ਰਹੇ ਤੇ ਉਵੇਂ ਦਾਸਤਾ ਚੱਲਦੀ ਰਹੀ। ਵੀ ਜਿਵੇਂ ਆਪਾਂ ਹਨਾ, ਜਿਵੇਂ ਆਪਾਂ ਇੱਕ ਚੀਜ਼ ਤੋਂ ਨਿਕਲ ਕੇ ਆਉਣੇ ਆ, ਲਾਈਕ ਉਹ ਚੀਜ਼ ਨੂੰ ਆਪਾਂ ਲਾਈਕ ਹੁਣ ਆਪਾਂ ਫਰੈਂਡਸ ਲਾ ਲਓ 10ਵੀਂ ਤੱਕ ਜਿਹੜੇ ਆਪਣੇ ਹਨਾ ਡਿਫਰੈਂਟ ਫਰੈਂਡਸ ਹੁੰਦੇ ਆ ਤੇ ਉਹਨਾਂ ਨੂੰ ਨਾਲ ਲੈ ਕੇ ਆਪਾਂ ਨਵੇਂ ਫਰੈਂਡਸ ਬਣਾਉਣੇ ਆ ਹਨਾ। ਕੁਛ ਕੁ ਰਹਿ ਜਾਂਦੇ ਨੇ ਬਟ ਜਿਹੜੇ ਖਾਸ ਹੁੰਦੇ ਆ ਉਹ ਆਪਣੇ ਤੱਕ ਹਲੇ ਤੱਕ ਵੀ ਹੁੰਦੇ ਆ। ਲਾਈਕ ਜਿਵੇਂ ਮੇਰੇ ਨਾਲ ਜਿਹੜੇ ਮੇਰੇ ਫਰੈਂਡਸ ਆ 3rd ਕਲਾਸ ਵਾਲੇ ਵੀ ਮੇਰੇ ਨਾਲ ਇਸ ਟਾਈਮ ਮੇਰੇ ਫਰੈਂਡ ਨੇ ਤੇ ਉਹ ਵੀ ਹਲੇ ਮਤਲਬ ਉਹੀ ਹੈ ਨਾ, ਕਾਰਵਾ ਆਪਣਾ ਚੱਲਦਾ ਰਹਿੰਦਾ ਜ਼ਿੰਦਗੀ ਦਾ ਤੇ ਨਵੇਂ ਲੋਕ ਮਿਲਦੇ ਰਹਿੰਦੇ ਨੇ, ਪੁਰਾਣੇ ਵਿਛੜਦੇ ਰਹਿੰਦੇ ਨੇ, ਇਹੀ ਤਾਂ ਜ਼ਿੰਦਗੀ ਹੈ। ये मैंने तो कभी इंडिया में जॉब करी नहीं थी, तो जब पहली बार जॉब करी मैंने यहाँ पे तो वो हुआ यूँ, मैं गया एक जगह बिस्किट पैक करने, 12 घंटे की शिफ्ट थी RDJ बेकरीज। तो हुआ यूँ, मेरे को लगा समोसे चाय पानी तो पिलाएंगे ही जैसे इंडिया में पिलाते। ओ मेरा ना कोई जानने वाला जो मुझे समझाए, मैं क्या चल कोई नहीं वहीं चाय चुई पी लूँगा, समोसे खा लूँगा, मैं क्या चल। वो मैं गया पहले दिन कुछ नहीं खिलाया उन्होंने, 12 घंटे की शिफ्ट सारे सब लोग अकेले खा रहे हैं, अकेले टिफ़िन आया हुआ, अकेले सब खा के मेरे को तो चक्कर वाले सिस्टम आ गया था। आपका कैसा रहा? ਮੇਰਾ ਫਸਟ ਡੇ ਸੀਗਾ ਜਦ ਤੇ ਮੈਂ ਲਾਇਆ ਸੀਗਾ ਆਪਣੇ ਮੈਗਨਾ ਕੰਪਨੀ ਦੇ ਵਿੱਚ, ਕੋਐਕਸਟੈਕ ਵੌਨ ਦੇ ਵਿੱਚ ਆ ਤੇ ਉੱਥੇ ਮੇਰਾ ਫਸਟ ਡੇ ਸੀਗਾ ਤੇ ਉਹ ਮਤਲਬ 8 ਘੰਟੇ ਦੀ ਸ਼ਿਫਟ ਸੀਗੀ ਤੇ ਉਹਦੇ ਕੁਆਲਿਟੀ ਇੰਸਪੈਕਸ਼ਨ ਦਾ ਕੰਮ ਸੀਗਾ ਤੇ ਲਾਈਕ ਜਿਵੇਂ ਨਾ 3-4 ਘੰਟੇ ਤਾਂ ਗੁੱਡ ਸੀ ਹਨਾ, ਵੀ ਆਪਣਾ ਐਕਸਾਈਟਮੈਂਟ ਹੁੰਦੀ ਹੈ ਵੀ ਹਾਏ ਪਹਿਲੀ ਵਾਰ ਕੰਮ ਮਿਲਿਆ ਹਨਾ, ਵੀ ਆਪਾਂ ਗੱਡ ਦੇਣਾ। ਉਹ ਬੰਦਾ ਸੋਚਦਾ ਹੁੰਦਾ ਵੀ ਲਾਈਕ 40 ਨੂੰ ਨਾਲ ਦੀ ਨਾਲ ਮਲਟੀਪਲਾਈ ਕਰੀ ਜਾਂਦਾ ਹੁੰਦਾ ਹਨਾ, ਵੀ 50 ਨਾਲ ਮਲਟੀਪਲਾਈ ਕਰਕੇ ਸੋਚੀ ਜਾਂਦਾ ਹੁੰਦਾ ਵੀ ਯਾਰ ਇੰਨੇ ਬਣ ਗਏ ਅੱਜ ਦੇ, ਇੰਨੇ ਬਣ ਗਏ ਇੰਡੀਆ ਦੇ ਰੁਪੀਸ ਦੇ ਹਿਸਾਬ ਨਾਲ। ਉਵੇਂ ਚੱਲੀ ਜਾ ਰਿਹਾ ਸੀਗਾ ਤੇ 6.5 ਘੰਟੇ ਹੋਏ, ਲਓ ਜੀ ਆਪਣੀਆਂ ਲੱਤਾਂ ਜਵਾਬ ਦੇਣੀਆਂ ਸ਼ੁਰੂ ਹੋ ਗਈਆਂ ਤੇ ਮੈਂ ਦੇਖਾਂ ਵੀ ਹੁਣ ਮੈਂ ਬੈਠਾ ਕਿੱਥੇ ਕਿਉਂਕਿ ਲਾਈਕ ਕਦੇ ਇੰਨਾ ਇਕੱਠੇ ਖੜੇ ਨਹੀਂ ਸੀਗਾ ਨਾ, 8 ਘੰਟੇ ਖੜ ਕੇ ਕੰਮ ਨਹੀਂ ਕੀਤਾ ਸੀਗਾ। ਤੇ ਫਿਰ ਮੈਂ ਲਾਈਕ ਉਵੇਂ ਬੈਠਾ ਨਾ ਵੀ ਲਾਈਕ ਪੈਰਾਂ ਭਾਰੇ ਬਹਿ ਗਏ ਉੱਥੇ ਉਹੀ ਜਗ੍ਹਾ ਦੇ ਉੱਤੇ ਸਟੇਸ਼ਨ ਦੇ ਉੱਤੇ ਤੇ ਸਾਡੇ ਨਾਲ ਲਾਈਨ ਲੇਡੀ ਸੀ ਜਿਹੜੀ, ਉਹ ਸੀਗੀ ਪਾਕਿਸਤਾਨ ਦੀ ਆਂਟੀ। ਉਹ ਕਹੀ ਜਾਵੇ ਬੇਟਾ ਪਹਿਲਾ ਦਿਨ ਹੈ ਆਪਕਾ, ਮੈਂ ਕਿਹਾ ਹਾਂਜੀ ਆਂਟੀ ਪਹਿਲਾ ਦਿਨ ਹੈ। ਕਹਿੰਦੀ ਕੋਈ ਗੱਲ ਨਹੀਂ ਆਦਤ ਹੋ ਜੂਗੀ ਹਨਾ, ਵੀ ਇਹ ਚੱਲਦਾ ਹੁੰਦਾ। ਤੇ ਲਾਈਕ ਹਨਾ ਮੈਨੂੰ ਇੱਕ ਬਹੁਤ ਗੱਲ ਵਧੀਆ ਲੱਗੀ ਸੀ ਉਦੋਂ, ਅਸੀਂ ਲਾਈਕ ਹਨਾ ਸ਼ਿਫਟ ਨਹੀਂ ਕੀਤਾ ਸੀ ਬਰੈਂਪਟਨ, ਮੈਂ ਪੀਟਰਬਰੋ ਤੋਂ ਆਉਂਦੀ ਸੀ ਸ਼ਿਫਟ ਲਾਉਣ ਤੇ ਤੁਸੀਂ ਜੇ ਪੀਟਰਬਰੋ ਲਾ ਕੇ ਚੱਲੋ ਵੀ ਲਾਈਕ 1.5 ਘੰਟੇ ਦਾ ਰਸਤਾ ਹੈਗਾ ਬਰੈਂਪਟਨ ਤੋਂ। ਤੇ ਅਸੀਂ ਲਾਈਕ ਇੱਕ ਦਿਨ ਕੁਛ ਫੂਡ ਲੈ ਕੇ ਨਹੀਂ ਆਏ ਸੀਗੇ ਤੇ ਉਹ ਆਂਟੀ ਕਹਿੰਦੀ ਬੇਟਾ ਅੱਜ ਲੈ ਕੇ, ਉਹ ਰੋਜ਼ ਪੁੱਛਦੇ ਸੀਗੇ ਨਾ ਤੁਸੀਂ ਕੁਛ ਖਾ ਕੇ ਆਂਦਾ ਕਿ ਨਾ, ਤੁਸੀਂ ਕੁਛ ਲੈ ਕੇ ਆਂਦਾ ਕਿ ਨਾ। ਤੇ ਉਦੋਂ ਉਹਨਾਂ ਨੇ ਪੁੱਛਿਆ, ਕਹਿੰਦੇ ਵੀ ਕੁਛ ਖਾ ਕੇ ਆਏ ਹੋ, ਲਾਈਕ ਉਮੀ ਜਿਵੇਂ ਹਨਾ ਆਦਤ ਆ ਵੀ ਨਹੀਂ ਜੀ ਕੁਛ ਨਹੀਂ ਖਾਦਾ ਹੈਗਾ, ਕਿ ਝੂਠ ਬੋਲਣ ਦੀ ਆਦਤ ਨਹੀਂ ਹੈਗੀ, ਸਿੱਧਾ ਕਹਿੰਦਾ ਖਾਦਾ ਤਾਂ ਖਾਦਾ, ਨਹੀਂ ਖਾਦਾ ਤਾਂ ਨਹੀਂ ਖਾਦਾ ਹੈਗਾ। ਤੇ ਫਿਰ ਉਹਨੇ ਆਪਣੇ ਮੁੰਡੇ ਨੂੰ ਫੋਨ ਕੀਤਾ ਨਾਲ ਦੀ ਨਾਲ,
ਲਾਈਕ ਉਹ ਲਾਈਨ ਛੱਡ ਕੇ ਗਈ ਆਪਣੇ ਮੁੰਡੇ ਨੂੰ ਫੋਨ ਕਰਨ, ਕਹਿੰਦੀ ਵੀ ਬੇਟਾ ਐਂ ਕਰੀ ਇੰਨੇ ਵਜੇ ਬ੍ਰੇਕ ਆ, ਖਾਣ ਨੂੰ ਕੁਛ ਲੈ ਕੇ ਆ ਪੈਕ ਕਰਾ ਕੇ। ਤੇ ਉਹਨਾਂ ਦਾ ਮੁੰਡਾ ਨਾ ਲਾਈਕ ਸਾਡੇ ਲਈ ਪੌਪੀਜ਼ ਦਾ, ਪਹਿਲੀ ਵਾਰ ਆਪਾਂ ਚਿਕਨ ਉਦੋਂ ਪੌਪੀਜ਼ ਦਾ ਮੈਂ ਖਾਂਦਾ ਨਹੀਂ ਸੀ ਉਦੋਂ, ਤੇ ਉਹ ਪੌਪੀਜ਼ ਦਾ ਚਿਕਨ ਉਹਨਾਂ ਨੇ ਪੂਰਾ ਬੈਗ ਦੇ ਵਿੱਚ ਭਰ ਕੇ ਲਿਆ ਕੇ ਦਿੱਤਾ ਉਹਦੇ ਮੁੰਡੇ ਨੇ ਸਪੈਸ਼ਲੀ ਸਾਡੇ ਲਈ। ਤੇ ਉਹਦੇ ਨਾਲ ਦੋੜੀਆਂ ਜਿਹੀਆਂ ਫਰਾਈਆਂ ਸੀਗੀਆਂ ਤੇ ਇੱਕ ਅੱਧਾ ਉਹ ਬਿਸਕਿਟ ਹੁੰਦਾ ਨਾ, ਤੇ ਮੈਂ ਤਾਂ ਫਰਾਈਜ਼ ਤੇ ਬਿਸਕਿਟ ਖਾ ਲਈਆਂ ਸੀਗੀਆਂ, ਹਰਪੇਸ਼ ਉਹਨਾਂ ਨੇ ਫਿਰ ਉਹ ਚਿਕਨ ਖਾਦਾ। ਦੇਖ ਲਓ ਨਾ ਵੀ ਲਾਈਕ ਆ ਬੰਦਾ ਕਈ ਵਾਰ ਐਂ ਕਹਿੰਦਾ ਵੀ ਲਾਈਕ ਬੰਦਾ ਪਾਕਿਸਤਾਨ ਦੇ, ਇੰਡੀਆ ਦੇ, ਹਨਾ, ਉਹ ਲਾਈਕ ਉਹ ਹਿਊਮੈਨਿਟੀ ਆ, ਲਾਈਕ ਜਿਵੇਂ ਹਨਾ ਵੀ ਬੰਦੇ ਦੀ ਕੀ ਸੋਚ ਆ, ਕੀ ਉਹਦੇ ਵਿਚਾਰ ਵਟਾਂਦਰੇ ਨੇ, ਤੇ ਉਹ ਚੀਜ਼ ਆਪਣੇ ਡਿਪੈਂਡ ਕਰਦੀ ਹੈ ਵੀ ਆਪਾਂ ਕਿੱਥੋਂ ਆ। ਪਤਾ ਕਿਵੇਂ ਆਪਣੇ ਜਿਹੜੇ ਪੋਲੀਟੀਸ਼ੀਅਨਸ ਨੇ ਨਾ ਆਪਣੇ ਬੈਕ ਹੋਮ ਦੇ ਵਿੱਚ, ਉਹਨਾਂ ਨੇ ਆਪਣੇ ਦਿਮਾਗ 'ਚ ਭਰਿਆ ਹੋਇਆ ਕਿ ਪਾਕਿਸਤਾਨੀ ਮਾੜੇ ਨੇ, ਕਿ ਉਹਨਾਂ ਦੇ ਦਿਮਾਗ 'ਚ ਇਹ ਭਰਿਆ ਕਿ ਇੰਡੀਅਨਸ ਮਾੜੇ ਨੇ, ਪਰ ਇੱਥੇ ਆ ਕੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਕੋਈ ਮਾੜਾ ਨਹੀਂ ਹੈਗਾ, ਸਭ ਇਹੀ ਚਾਹੁੰਦੇ ਨੇ ਕਿ ਮਤਲਬ ਇੱਕ ਦੂਜੇ ਨਾਲ ਰਲ ਕੇ ਰਹੀਏ, ਹਨਾ, ਸਾਰਾ ਕੁਝ ਹੋਵੇ ਮਤਲਬ ਵਧੀਆ ਹੀ ਹੋਵੇ, ਮਤਲਬ ਕਿ ਕਿਸੇ ਦੇ ਮਾਈਂਡ ਵਿੱਚ ਕੁਝ ਨਹੀਂ ਚੱਲਦਾ ਹੈਗਾ, ਉਹ ਸਿਰਫ ਪੋਲੀਟੀਸ਼ੀਅਨ ਨੇ ਆਪਣੇ ਦਿਮਾਗ 'ਚ ਵਾੜਿਆ ਹੋਇਆ ਕਿ ਉਹ ਮਾੜੇ ਨੇ। ਨਾਲੇ ਹਿਊਮੈਨਿਟੀ ਹੈ ਜਿਹੜੀ ਉਹ ਕਿਸੇ ਨੈਸ਼ਨਲ ਨਾਲ ਹੀ ਕਰਦੀ ਵੀ, ਜਾਣੀ ਕਿ ਕੋਈ ਬਿਲਕੁਲ ਬਿਲਕੁਲ ਆਪਾਂ ਕਹਿ ਦਿੰਦੇ ਵੀ ਆਹ ਨੈਸ਼ਨਲ ਦੇ ਲੋਕ ਇਦਾਂ ਦੇ ਆ ਜਾਂ ਇਦਾਂ, ਸਾਰੇ ਪਾਸੇ ਵਧੀਆ ਲੋਕ ਆਪਾਂ ਦੇਖਦੇ ਆ, ਮਿਲਦੇ ਆ, ਹਨਾ, ਬੰਗਲਾਦੇਸ਼ੀ ਬੰਦੇ ਸਾਡੇ ਨਾਲ ਕੰਮ ਕਰਦੇ ਆ ਜਿੱਦਾਂ, ਬਹੁਤ ਵਧੀਆ ਸਾਰੇ ਜਾਣੇ। ਆਪਣੇ ਵਿੱਚ ਵੀ ਬਹੁਤ ਹੋਊਗਾ, ਆਪਣੇ ਵਿੱਚ ਵੀ ਬਹੁਤ ਹੋਣਗੀਆਂ, ਕਮੀਆਂ ਤਾਂ बहुत होंगी, बट ये तो है। बाकी आपने पॉपीज में सबसे पहले काम किया? नो, मैंने जीआरएफ ग्रैंड रिवर फूड्स ਮੀਟ ਫੈਕਟਰੀ ਹੈ, ਉੱਥੇ ਮੇਰਾ ਸਭ ਤੋਂ ਪਹਿਲਾ ਐਕਸਪੀਰੀਅੰਸ ਸੀਗਾ, ਉਹੀ ਸੀਗਾ। ਮੈਂ ਕਾਫੀ ਐਕਸਾਈਟਡ ਸੀਗਾ, ਮਤਲਬ ਮੇਰੀ ਪਹਿਲੀ ਸ਼ਿਫਟ ਸੀਗੀ, ਹੈ ਨਾ, ਜਿਵੇਂ ਵਧੀਆ ਸੀ मेरा। खाने को तो ले गए होंगे कुछ ना कुछ अपने लिए? हाँ, मैं लेके गया ਸੀ। ठीक है। बाकी पॉपीज कैसा रहा आपका? ਪੌਪੀਜ਼ ਮੈਂ ਬਹੁਤ ਵਧੀਆ ਸੀ। ਸ਼ੁਰੂ ਦੇ ਵਿੱਚ ਨਹੀਂ ਵਧੀਆ ਸੀਗਾ ਕਿਉਂਕਿ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਸੀਜ਼ਨਿੰਗ ਕਰਦਾ ਸੀਗਾ, ਤੇ ਮੇਰੇ ਨਾਲ ਦੇ ਉਹ ਕੁੱਕ ਸੀਗੇ, ਤੇ ਵਧੀਆ ਉਵੇਂ ਨਹੀਂ ਸੀਗਾ ਕਿ ਮਤਲਬ ਮੈਂ ਦੇਖਦਾ ਸੀ ਮਾਹੌਲ, ਹਨਾ, ਮੈਨੂੰ ਉਹਨਾਂ ਨੇ ਐਂਟਰ ਕੀਤਾ ਤੇ ਉੱਥੇ ਮੈਨੂੰ ਕਹਿੰਦੇ ਆ ਤੇਰਾ ਮਤਲਬ ਥੋੜਾ ਏਰੀਆ, ਤੇਰਾ ਸੈਟਅਪ ਆ, ਤੇ ਇੱਥੇ ਤੂੰ ਖੜਨਾ ਵਾ, ਇੱਥੇ ਤੂੰ ਕਰਨਾ। ਮੈਂ ਦੀਵਾਰ ਵੱਲ ਮੂੰਹ ਕਰਕੇ ਬਸ ਆਪਦਾ ਕੰਮ ਕਰਦਾ ਸੀਗਾ, ਮੈਂ ਕਿਸੇ ਨੂੰ ਬੁਲਾਉਂਦਾ ਨਹੀਂ ਸੀ, ਕਿਸੇ ਨੂੰ ਕੁਝ ਨਹੀਂ ਸੀ, ਉਹ ਆਪਦੇ ਵਿੱਚ ਮਸਤੀ ਕਰਦੇ ਰਹਿੰਦੇ ਸੀ। ਫਿਰ ਮੈਨੂੰ ਐ ਸੀਗਾ, ਮੈਨੂੰ ਮੈਨੇਜਰ ਨੂੰ ਐ ਕਿਹਾ ਕਿ ਮੈਨੂੰ ਜਲਦੀ ਕੁੱਕ ਬਣਾ, ਕਿਉਂਕਿ ਮੈਂ ਦੇ ਕੁੱਕ ਦੀ ਲਾਈਫ ਚੱਲ ਲੱਗੀ, ਜੇ ਤੁਹਾਨੂੰ ਆਰਡਰ ਆ ਗਿਆ ਤੁਸੀਂ ਫਰਾਈ ਕਰ ਦੇਣਾ, ਤੇ ਉਦਾਂ ਨਹੀਂ ਤਾਂ ਖੜ ਕੇ ਗੱਲਾਂ ਗੁੱਲਾਂ ਮਾਰੀ ਚੱਲੋ, ਕਿਉਂਕਿ ਉੱਥੇ ਕੁੜੀਆਂ ਹੁੰਦੀਆਂ ਆਸੇ ਪਾਸੇ, ਤੁਹਾਡੇ ਮਾਹੌਲ ਵਧੀਆ ਬਣਿਆ ਰਹਿੰਦਾ, ਮਤਲਬ ਤੇ ਮਤਲਬ ਕਿ ਚਲੋ ਗੱਲਾਂ ਬਾਤਾਂ ਹੁੰਦੀਆਂ ਸਾਰੀਆਂ, ਹਨਾ, ਤੇ ਨਹੀਂ ਤੇ ਸੀਜ਼ਨਿੰਗ ਦੇ ਵਿੱਚ ਤੁਸੀਂ ਬਸ ਖੜੇ ਰਹੋ, ਆਪਣਾ ਕੰਮ ਕਰੋ ਤੇ ਚੱਲ ਜਾਓ, ਤੇ ਬੋਰਿੰਗ ਸੀਗਾ ਕਾਫੀ। ਮਤਲਬ बाकी कुक तो डिफिकल्ट है, मेरा एक दोस्त है रोहित, वो बताता है बड़ा डिफिकल्ट है कुक। डिफिकल्ट डिपेंड करदा ਤੁਹਾਡੇ ਏਰੀਆ ਤੇ, ਮਤਲਬ ਕਿ ਤੁਹਾਡਾ ਏਰੀਆ, ਤੁਹਾਡਾ ਮਤਲਬ ਜਿਹੜਾ ਤੁਹਾਡਾ ਸਟੋਰ ਆ ਕਿਹੜੇ ਏਰੀਆ ਦੇ ਵਿੱਚ ਆ, ਬਹੁਤ ਬਿਜ਼ੀ ਹੈ ਏਰੀਆ ਜਾਂ ਮਤਲਬ ਥੋੜਾ ਠੀਕ ਆ, ਮਤਲਬ ਜਿਹੜਾ ਸਾਡਾ ਏਰੀਆ ਸੀਗਾ ਮਤਲਬ ਠੀਕ ਸੀ। ਫਰਾਈਡੇ ਨੂੰ ਜ਼ਿਆਦਾ ਬਿਜ਼ੀ ਹੁੰਦਾ ਸੀਗਾ, ਤੇ ਉਦੋਂ ਮੇਰੀ ਸ਼ਿਫਟ ਨਹੀਂ ਹੁੰਦੀ ਸੀ, ਇਹ ਪਾਉਂਦਾ ਨਹੀਂ ਹੁੰਦਾ ਸੀਗਾ, ਤੇ ਅਸੀਂ ਕਹਿੰਦਾ ਤਾਂ ਕਾਵਾ ਪੈਂਦਾ। ਜਦ ਪਹਿਲਾਂ ਆਏ ਸੀ ਨਾ, ਤੇ ਅਸੀਂ ਇਹਨੂੰ ਮਿਲੇ, ਤੇ ਜਦ ਪਤਾ ਲੱਗਿਆ ਹਨਾ ਵੀ ਇਹ ਕੁੱਕ ਬਾਜੋ ਕੰਮ ਕਰ ਰਿਹਾ, ਅਸੀਂ ਬਹੁਤ ਡਿਸਕਾਊਂਟ ਲਿਆ ਬਈ। ਨਹੀਂ ਸੀ ਉਹ ਤਾਂ ਚਲੋ ਲੱਤਾ, ਬਟ ਪਹਿਲਾਂ ਨਾ ਮੈਨੂੰ ਐ ਹੋਇਆ ਯਾਰ ਇਹਨੂੰ ਮਤਲਬ ਹਨਾ ਬਣਾਉਣਾ ਆਉਂਦਾ ਸਭ ਕੁਝ। ਇਹ ਤਾਂ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹ ਕੁੱਕੇ ਫਰਾਈ ਕਰਦੇ ਨੇ, ਲਾਈਕ ਵੀ ਜਿਹੜੇ ਬਣਾਉਂਦੇ ਨੇ ਉਹਨਾਂ ਨੂੰ ਸ਼ੈਫ ਕਹਿੰਦੇ ਨੇ। ਬਿਲਕੁਲ ਇਹ ਸਾਨੂੰ ਡਿਫਰੈਂਸ਼ੀਏਟ ਬਾਅਦ ਚੋਂ ਪਤਾ ਲੱਗਿਆ। ਹਰਪੇਸ਼ ਕਹਿੰਦਾ ਹੁੰਦਾ ਸੀ ਇਹਨੇ ਫਰਾਈਆਂ ਤਲਣੀਆਂ। ਕੁੱਕ ਡਿਫਰੈਂਸ ਇਹਨਾਂ ਨੂੰ ਮੈਂ ਹੀ ਦੱਸਿਆ ਸੀ ਕਿ ਕੁੱਕ ਦੇ ਸ਼ੈਫ ਦੇ ਵਿੱਚ नहीं कुक अपने आप को शेफ समझ लेते थे। ਇਹ ਕਦੇ ਨਹੀਂ ਹੋਇਆ, ਇਹ ਕਦੇ ਵੀ ਨਹੀਂ ਹੋਇਆ ਕਿ ਕੁੱਕ ਆਪਣੇ ਆਪ ਨੂੰ ਸ਼ੈਫ ਸਮਝ ਲੈ। ਕੁੱਕ ਨੇ ਸਾਰਾ ਕੁਝ ਦੱਸਿਆ, ਹਾਂਜੀ ਮੈਂ ਇਦਾਂ ਵਾਂ, ਮੈਂ ਇਦਾਂ ਤਾਂ ਨਹੀਂ ਹੈਗਾ। बाकी मैं देखा है क्योंकि पॉपीज में जब भी काम करते हैं, मैं अभी थोड़ा बहुत अगर खाने पीने चला गया वहाँ पे, तो जो आगे की फ्रंट रो में जो लड़कियाँ होती हैं जो एक दो काम कर रही होती हैं, वो बोलती हैं कि हाउ मच मोर टाइम। मैंने देखा है काफ़ी बार करती हैं, खुंदक तो बहुत आती है, बहुत ज़्यादा। मेरे को तो बाहर से ज़्यादा खुंदक आती है। तो जो अंदर पता कैसे है, जब एक ना चिकन डाल दिया, मतलब चिकन ਨੂੰ ਫਰਾਈ ਹੋਣ ਨੂੰ 12 ਤੋਂ 13 ਮਿੰਟ ਲੱਗਦੇ, ਠੀਕ ਹੈ, ਤੇ ਉਹਦੇ ਵਿੱਚ ਥੋੜਾ ਸੈਟਅਪ ਤਿਆਰ ਕਰਨਾ, ਬੈਟਰ ਸਾਰਾ ਲਗਾਉਣਾ, ਹਨਾ, ਚਿਕਨ ਲਿਆ ਕੇ, ਤੇ ਤੁਸੀਂ ਲਾ ਲਓ ਐਟਲੀਸਟ 15 ਮਿੰਟ ਲੱਗਦੇ ਨੇ, ਹਨਾ, ਤੇ ਤੁਹਾਡੇ ਕੋਲ ਉਹ ਪਹਿਲਾਂ ਵੈਸੇ ਤਾਂ ਰੱਖਦੇ ਨੇ, ਸਟੋਰ ਕਰਦੇ ਨੇ ਮਾੜਾ ਮੋਟਾ, ਤੇ ਉੱਦਾਂ ਜਦੋਂ ਆਰਡਰ ਆ ਗਿਆ ਤੇ ਕਸਟਮਰ ਦਾ, ਉਹਨਾਂ ਨੇ ਆਪਣੇ ਆਪ ਨੂੰ ਸੇਵ ਕਰਨ ਵਾਸਤੇ ਨਾ ਕੁੱਕ ਤੇ ਗੱਲ ਛੱਡ ਦੇਣੀ ਆ, ਹਾਊ ਲੌਂਗ। ਜਿਵੇਂ ਹੁਣ ਮੈਂ ਦੱਸਤਾ ਕਿ ਹਨਾ ਕਿ 6 ਮਿੰਟ ਰਹਿੰਦੇ ਆ, ਉਹ ਤੋਂ 1 ਮਿੰਟ ਬਾਅਦ ਓਬਵੀਅਸਲੀ 5 ਮਿੰਟ ਰਹਿੰਦੇ ਹੋਣਗੇ, ਉਹਨਾਂ ਨੇ ਪੁੱਛਣਾ ਹਾਊ ਲੌਂਗ ਕਿ ਕਾਮਨ ਸੈਂਸ ਕਿੰਨੇ ਕੇ ਟਾਈਮ ਰਹਿ ਗਿਆ ਹੋਗੇ। ਫਿਰ ਕਈ ਵਾਰ ਖੁੰਦਕ ਚੜ੍ਹਦੀ ਸੀ, ਬਹੁਤ ਜ਼ਿਆਦਾ ਚੜ੍ਹਦੀ, ਮਤਲਬ ਬਿਜ਼ੀ ਚੱਲਦਾ ਪਿਆ, ਉੱਧਰੋਂ ਅਸੀਂ ਬਣਾ ਰਹੇ ਹਾਂ ਤਾਂ ਉੱਧਰ ਪੁੱਛੀ ਜਾਂਦੇ ਆ, ਕਿਉਂਕਿ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ ਆ ਕੇ, ਐਟਲੀਸਟ ਤੁਸੀਂ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਸਟਮਰ ਨੂੰ ਕਿਵੇਂ ਹਨਾ ਹੈਂਡਲ ਕਰਨਾ। ਤੇ ਉਹਨਾਂ ਨੂੰ ਐ ਹੁੰਦਾ ਸੀ ਕਿ ਅਸੀਂ ਸੇਵ ਹੋ ਜੇ, ਅਸੀਂ ਕੁੱਕ ਦੇ ਗੱਲ ਸਿੱਟਦੇ ਕਿ ਹਾਂ ਜੀ ਇੰਨਾ ਕੁ ਟਾਈਮ ਲੱਗ ਰਿਹਾ, ਕਿ ਉਹ ਥੋੜਾ ਲੇਟ ਕਰ ਰਹੇ ਨੇ। नहीं ये तो है। मैं क्या कभी कच्चा चिकन तो नहीं खिलाया कभी जबरदस्ती कि हाउ लॉन्ग एक करके 1 मिनट 2 मिनट ले बन गया चिकन? ਕੱਚਾ ਤਾਂ ਨਹੀਂ, ਤੇ ਇਹ ਮੇਰੇ ਨਾਲ ਕਈ ਵਾਰੀ ਇਦਾਂ ਹੋਇਆ ਕਿ ਜਿਵੇਂ ਮਾਈਲਡ ਤੇ ਸਪਾਈਸੀ ਚਿਕਨ ਹੁੰਦਾ,
ਇੱਕ ਦੋ ਵਾਰੀ ਮੈਂ ਮਾਈਲਡ ਵਾਲਾ ਚਿਕਨ ਸਪਾਈਸੀ ਚ ਪਾਤਾ ਤੇ ਸਪਾਈਸੀ ਵਾਲਾ ਮਾਈਲਡ ਚ ਪਾਤਾ ਤੇ ਉਹਨਾਂ ਨੇ ਮੈਂ ਦੱਸਤਾ ਕਿ ਮੂਰੇ ਮੈਨੂੰ ਇਦਾਂ ਹੋ ਗਿਆ। ਉਹ ਕਹਿੰਦੇ ਕੋਈ ਚੱਕਰ ਨਹੀਂ, ਜੇ ਕੰਪਲੀਟ ਹੋਈ ਤਾਂ। ਇੱਕ ਕਸਟਮਰ ਨੂੰ ਤੁਸੀਂ ਸਰਵਰ ਵੀ ਖਵਾਇਆ ਸੀ? ਨਹੀਂ ਉਹ ਕਦੇ ਨਹੀਂ ਹੋਇਆ, ਨਹੀਂ ਤਾਂ ਕਦੇ ਨਹੀਂ। ਤੇ ਜਿਹੜੀ ਮੇਰਾ ਫਸਟ ਡੇ ਕੰਮ ਦਾ ਐਕਸਪੀਰੀਅੰਸ ਸੀਗਾ ਬਹੁਤ ਵਧੀਆ ਸੀਗਾ। ਅਸੀਂ ਕਰਾਈ ਸੀ ਮੂਵਿੰਗ ਇੱਥੇ ਬਰੰਪਟਨ 'ਚ ਹੀ, ਕਿਉਂਕਿ ਸਭ ਤੋਂ ਪਹਿਲਾਂ ਮੈਂ ਬਰੰਪਟਨ 'ਚ ਆਇਆ ਸੀਗਾ। ਇੱਥੇ ਮੇਰਾ ਫਰੈਂਡ ਆ ਕੋਈ ਬਹੁਤ ਵਧੀਆ, ਮੇਰਾ ਖਾਸ ਜਿਹੜਾ ਮੇਰਾ ਲੈ ਕੇ ਆਇਆ ਮੈਨੂੰ ਕੈਨੇਡਾ ਏਅਰਪੋਰਟ ਤੋਂ, ਤੇ ਉਹਦੇ ਨਾਲ ਹੀ ਮੈਂ ਗਿਆ ਸੀਗਾ। ਪਹਿਲੇ ਦਿਨ ਮੂਵਿੰਗ ਕਰਾਈ ਸੀਗੀ ਤੇ ਪੰਜਾਬੀ ਸੀਗੇ, ਸਾਨੂੰ ਸਾਡੀ ਸੇਵਾ ਬਹੁਤ ਕੀਤੀ ਉਹਨਾਂ ਨੇ। ਕੁਛ ਨਹੀਂ ਖਾ ਕੇ ਗਏ, ਸਾਨੂੰ ਘਰੋਂ ਲੈ ਕੇ ਗਏ, ਜਾਂਦੇ ਟਿਮ ਤੇ ਲੈ ਗਏ, ਉੱਥੇ ਸੈਂਡਵਿਚ ਵਗੈਰਾ ਲਏ, ਆਪਣੇ ਕੌਫੀ ਵਗੈਰਾ ਲਈ। ਉਹਨੇ ਕਦੀ ਭਟੂਰੇ ਲੈ ਆਏ, ਕਦੀ ਪੀਜ਼ੇ ਆ ਗਏ, ਕਦੀ ਤੰਦੂਰੀ ਆ ਗਿਆ। ਬਹੁਤ ਸੇਵਾ ਕੀਤੀ, ਪਰ ਮੁੰਡੇ ਆਪ ਵੀ ਲੱਗੇ ਰਹੇ। ਉਹ ਵੀ ਹਨਾ, ਉਹ ਸੀਗਾ ਮੁੰਡਾ ਸੀਗਾ ਤੇ ਨਾਲ ਉਹਨਾਂ ਦਾ ਪ੍ਰਾਹੁਣਾ ਸੀਗਾ ਜੀਜਾ ਉਹਦਾ, ਤੇ ਨਾਲ ਉਹਨਾਂ ਨੇ ਮੂਵੀ ਕਰਾਈ ਤੇ ਬਹੁਤ ਵਧੀਆ ਐਕਸਪੀਰੀਅੰਸ ਸੀਗਾ। बढ़िया है। बाकी आप लोगों को लेने कौन आया पहली बार जब आए? ਮੇਰਾ ਕਲਾਸਮੇਟ ਹੁੰਦਾ ਸੀਗਾ ਉੱਥੇ, ਦਮਨਦੀਪ ਸਿੰਘ, ਤੇ ਅਸੀਂ ਕਾਲਜ ਇਕੱਠੀ ਸਟੱਡੀ ਕੀਤੀ ਸੀ। ਡਨ ਅਸੀਂ ਮਤਲਬ +1 +2 ਤੋਂ ਇਕੱਠੇ ਸੀਗੇ ਸਾਰੇ। +1 ਤੋਂ ਲੈ ਕੇ ਅਸੀਂ ਮੇਰੀ BSc ਫਾਈਨਲ ਤੱਕ ਅਸੀਂ ਇਕੱਠੇ ਰਹੇ ਹਾਂ। 5 ਸਾਲ ਅਸੀਂ ਇਕੱਠੇ ਹੀ ਰਹੇ ਮਤਲਬ। ਤੇ ਉਹ ਮੇਰੇ ਤੋਂ ਪਹਿਲਾਂ ਆ ਗਿਆ ਸੀਗਾ, 2016 ਦੇ ਵਿੱਚ ਆ ਗਿਆ ਸੀਗਾ, ਤੇ ਮੈਂ 2018 ਦੇ ਵਿੱਚ ਆਇਆ ਇੱਥੇ। ਤੇ ਉਹ ਮੈਨੂੰ ਪਹਿਲਾਂ ਲੈ ਕੇ ਗਿਆ ਸੀਗਾ, ਤੇ ਮੇਰਾ ਉਹ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਸੀ। ਮਤਲਬ ਜਦ ਪਹਿਲੇ ਦਿਨ ਮੈਂ ਇੱਥੇ ਕੈਨੇਡਾ ਉਤਰਿਆ, ਮੈਂ ਕਿਹਾ ਲੈ ਵੀ ਉਹ ਤਾਂ ਨਜ਼ਾਰੇ ਫੁੱਲ। ਤੇ ਮੈਂ ਕੋਲਿੰਗਵੁੱਡ ਗਿਆ ਸੀਗਾ, ਮਤਲਬ ਬਹੁਤ ਜ਼ਿਆਦਾ ਸੋਹਣਾ ਸੀਗਾ ਉਹ ਕੰਟਰੀ ਸਾਈਡ। ਤੇ ਮੈਂ ਤਾਂ ਘਰੇ ਦਿਖਾਇਆ, ਮੈਂ ਬਸ ਅਗਲੇ ਦਿਨ ਮੈਨੂੰ ਨੀਂਦ ਨਹੀਂ ਰਾਤ ਨੂੰ ਚੰਗੀ ਤਰ੍ਹਾਂ। ਫਿਰ ਅਗਲੇ ਦਿਨ ਸੁਬਾਹ ਹੋਈ, ਮੈਂ ਸਾਰਿਆਂ ਨੂੰ ਸ਼ੋਅ ਕੀਤਾ ਕਿ ਆਹ ਦੇਖੋ ਆਹ ਕੈਨੇਡਾ ਵਾ, ਇੱਥੇ ਘਰ ਹੀ ਬਹੁਤ ਸੋਹਣੇ ਆ, ਇੱਦਾਂ ਨਜ਼ਾਰੇ ਫੁੱਲ। ਪਰ ਜਦੋਂ ਮੈਂ ਕਿਚਨਰ ਰਿਮੂਵ ਹੋਇਆ ਤੇ ਫਿਰ ਮੈਨੂੰ ਤਾਂ ਮੇਰਾ ਜੀਅ ਨਾ ਲੱਗਾ, ਮੈਨੂੰ ਛੱਡ ਕੇ ਗਿਆ ਉਹ। ਤੇ ਅੱਧੇ ਘੰਟੇ ਬਾਅਦ ਮੈਂ ਉਹਨੂੰ ਫੋਨ ਲਾਇਆ, ਯਾਰ ਮੇਰਾ ਤਾਂ ਜੀਅ ਨਹੀਂ ਲੱਗ ਰਿਹਾ ਇੱਥੇ। ਉਹ ਕਹਿੰਦਾ ਹੁਣ ਤਾਂ ਜੀਅ ਤਾਂ ਲਾਉਣਾ ਹੀ ਪੈਣਾ, ਹੁਣ ਜੇ ਕੈਨੇਡਾ ਆਏ ਆ ਤਾਂ ਹੁਣ ਤਾਂ ਜੀਅ ਤਾਂ ਲਾਉਣਾ ਹੀ ਪੈਣਾ। बाकी आप बताओ दीपो भाई, आपको कौन लेने आया? आपका तो सही था, ਤੁਹਾਨੂੰ ਪਤਾ ਹੀ ਹੈ ਕੌਣ ਲੈਣ ਆਇਆ ਸੀ। आपको तो यार ऑल द वे फ्रॉम पीटरब्रो। ਬੰਦੇ ਦੀ ਆਪਾਂ ਚਰਚਾ ਕਰ ਰਹੇ ਹਾਂ ਤੇ ਉਹ ਆਪਣੇ ਵਿੱਚ ਨਹੀਂ ਹੈਗਾ, ਉਹੀ ਬੰਦਾ ਮੈਨੂੰ ਲੈਣ ਆਇਆ ਸੀ, ਰੁਪੇਸ਼ ਸ਼ਰਮਾ जी जो गए हुए अभी जरा ऑटवा। ਹਾਂ, ਉਹ ਆਪਣੇ ਕੈਨੇਡਾ ਦੀ ਰਾਜਧਾਨੀ ਗਿਆ ਪ੍ਰਧਾਨ ਮੰਤਰੀ ਨਾਲ ਡਿਸਕਸ਼ਨ ਕਰਨ कि कोरोना को क्या करें, ਕੀ ਸਟੈਪ ਚੱਕਿਆ ਜਾਵੇ। हाँ। ਤੇ ਆ ਜਾਊਗਾ ਉਹ ਵੀ 2 ਦਿਨ ਚ ਦਿਖਾਉਣਾ ਤੁਹਾਨੂੰ ਉਹਦੀ ਸ਼ਕਲ। बाकी आपको वही लेने आए, पर आपको तो बढ़िया था। ਨਹੀਂ, ਮੈਨੂੰ ਉਹ ਲੈਣ ਆਇਆ ਸੀਗਾ ਤੇ ਬਟ ਉਹਦੇ ਨਾਲ ਮੇਰੇ ਇੱਕ ਮੈਮਰੀ ਸੀਗੀ ਹਨਾ ਵੀ ਲਾਈਕ ਜਦ ਸਟਾਰਟ ਕੀਤਾ ਸੀ ਉਹਨੂੰ ਮੈਂ ਕਾਲ ਕੀਤਾ, ਮੈਂ ਕਿੱਥੇ ਆ ਗਿਆ ਮੈਂ ਅੱਧੇ ਘੰਟੇ ਚ। ਮੈਂ 에ਅਰਪੋਰਟ ਦੇ ਬਾਹਰ ਖੜਾ ਹੋ ਗਿਆ, ਮੈਂ ਕਿੱਥੇ ਆ, ਅੱਧੇ ਘੰਟੇ ਚ ਆ ਗਿਆ। ਉਹਦਾ ਅੱਧਾ ਘੰਟਾ 1.5 ਘੰਟੇ ਬਾਅਦ ਹੋਇਆ ਸੀਗਾ। नहीं कम से कम कोई गाड़ी में तो लेने आया। ਬਾਈ ਸਾਹਿਬ ਹਾਂ, ਗੱਡੀ ਚ ਲੈਣ ਆਇਆ ਸੀਗਾ। ਇੰਡੀਆ ਰੈਸਟੋਰੈਂਟ ਦੇ ਵਿੱਚ ਆਪਾਂ ਜਾ ਕੇ ਰੋਟੀ ਖਾਧੀ ਤੇ ਲਾਈਕ ਹਨਾ ਵੀ ਉਦੋਂ ਵਧੀਆ ਸੀਗਾ, ਮੈਨੂੰ ਬਹੁਤ ਵਧੀਆ ਲੱਗਿਆ ਹਨਾ ਵੀ ਜਿਹੜਾ ਪੁਰਾਣੇ ਆਪਣੇ ਦੋਸਤ ਫਿਰ ਉੱਥੇ ਮਿਲਦੇ ਆ। ਲਾਈਕ ਜਿੱਦਣ ਉਹਨੇ ਆਉਣਾ ਸੀ ਕੈਨੇਡਾ ਹਨਾ, ਤੇ ਮੈਂ ਉਹਨੂੰ ਕਾਲ ਕੀਤਾ ਬਿਕਾਜ਼ ਮੈਨੂੰ ਇਹ ਸੀਗਾ ਵੀ ਉਹਦੀ ਸ਼ਾਮ ਨੂੰ ਫਲਾਈਟ ਆ ਹਨਾ। ਤੇ ਮੈਂ ਉਹਨੂੰ ਸਵੇਰੇ ਕਾਲ ਕੀਤਾ 10 ਵਜੇ, ਵੀ ਮੈਨੂੰ ਲੱਗਿਆ ਸੀਗਾ ਵੀ ਸ਼ਾਮ ਨੂੰ ਨਿਕਲੂਗਾ ਘਰੋਂ। ਮੈਂ ਉਹਨੂੰ ਕਾਲ ਕੀਤਾ ਸੁਬਾਹ 10 ਵਜੇ, ਮੈਂ ਕਿਹਾ ਕਿੱਥੇ ਆ, ਵੀ ਮੈਂ ਮਿਲਣ ਆਉਣਾ। ਤੇ ਉਦੋਂ ਇੱਕ ਵਾਰ ਹਨਾ ਇਹ ਲੱਗਿਆ ਵੀ ਜਦੋਂ ਕਹਿੰਦਾ ਮੈਂ ਨਿਕਲ ਗਿਆ, ਮੈਂ ਅੰਬਾਲੇ ਪਹੁੰਚ ਗਿਆ ਹਨਾ। ਅੰਬਾਲੇ ਦਾ ਡਿਸਟੈਂਸ ਇੱਕ ਘੰਟੇ ਦਾ ਰਸਤਾ ਸੀਗਾ 90 ਤੋਂ। ਤੇ ਜਦੋਂ ਉਹਨੇ ਕਿਹਾ ਮੈਂ ਅੰਬਾਲਾ ਪਹੁੰਚ ਗਿਆ, ਮੇਰੇ ਇੱਕ ਵਾਰ ਮਨ ਦੇ ਵਿੱਚ ਐਂ ਹੋਇਆ, ਮੈਂ ਕਿਹਾ ਯਾਰ ਹਨਾ ਮੂਡ ਆਪਣਾ ਅਪਸੈਟ ਹੋ ਜਾਂਦਾ ਹੁੰਦਾ ਵੀ ਆਪਣਾ ਦੋਸਤ ਹਨਾ ਕੋਈ ਬਿਨਾਂ ਮਿਲੇ ਚਲਾ ਜਾਵੇ। ਫਿਰ ਐਂ ਸੀਗਾ ਵੀ ਪਤਾ ਨਹੀਂ ਹਨਾ ਵੀ ਹੁਣ ਜ਼ਿੰਦਗੀ 'ਚ ਅੱਗੇ ਕਦੇ ਮਿਲਣਾ ਕਿ ਨਹੀਂ ਮਿਲਣਾ ਹੈਗਾ, ਵੀ ਦੁਬਾਰਾ ਇਹ ਮੌਕਾ ਆਉਣਾ ਕਿ ਨਹੀਂ ਆਉਣਾ ਹੈਗਾ। ਤਾਂ ਇੱਕ ਤਰੀਕੇ ਦਾ ਉਹ ਮਨ ਦੇ ਵਿੱਚ ਸੀਗਾ ਹਨਾ ਵੀ ਪਤਾ ਨਹੀਂ ਲਾਈਕ ਕੀ ਰੱਬ ਨੇ ਸੋਚਿਆ। ਤੇ ਬਟ ਉਹ ਲਾਈਕ ਉਹ ਕੀ ਰੱਬ ਨੇ ਸੰਜੋਗ ਬਣਾਏ ਸੀ ਹਨਾ, ਜਾਣਾ ਵੀ ਉਹਦੇ ਕੋਲੇ ਸੀ, ਉਹ ਰਹਿਣਾ ਵੀ ਉਹਦੇ ਨਾਲ ਹੀ ਸੀਗਾ। रूममेट भी उसी के ही हो। चंगी है पता नहीं। ना ना ना, बहुत बढ़िया बहुत बढ़िया। बाकी आपको कौन आया? आप तो बताया आपके फ्रेंड आए लेने के लिए। मेरे को मेरा जूनियर लेने आया, उसका नाम मैंडी है, उसे मनदीप बुलाते हैं। तो वो मेरे को लेने आया, अपनी सिक्योरिटी की शिफ्ट ख़त्म कर आया था। तो वो मेरे को लेने आया, हम बस में गए, बस में बैग रगड़ते फिर उस स्कारबरो गया। ਗੱਡੀ ਦੀ ਨਹੀਂ ਹੁੰਦੀ ਗੱਲ, ਬੰਦੇ ਦੀ ਹੁੰਦੀ ਹੈ। हाँ यार, ਉਹਨੂੰ ਲੈਣ ਲਈ ਲਾਈਕ ਕਮਿਟਡ ਸੀਗਾ ਉਹ ਬੰਦਾ, ਤਾਂ ਕਿ ਉਹ ਬੱਸ 'ਚ ਵੀ ਆਇਆ। यही बात है। उसने कंबल दिया मुझे एक हाँ कि ये ले लो भैया, ठंड लगेगी। मैं तो अपने उसमें हवा में था, मैं क्या मेरे को नहीं लगती जो भी है। कह रहा भैया ले लो ठंड लगेगी। मैं क्या चल ठीक है ले लेते हैं। आज भी वो कंबल है, वो मेरे पे ही है अभी। ਚਲੋ ਉਹ ਤਾਂ ਮੈਨੂੰ ਪਤਾ, ਮੇਰੇ ਲੋਰਾਂ ਵੀ ਤੁਹਾਡੇ ਕੋਲੇ ਨੇ, ਉਹ ਕਿਹੜਾ ਮੁੜ ਗਈਆਂ। ਚੱਲ ਜਾਂਦੀ ਆ ਉਹ ਦੱਬ ਹੋ ਜਾਂਦੀ ਬਸ ਮੁੜ ਕੇ ਨਹੀਂ ਆਉਂਦੀ। ਤੇ ਸਾਨੂੰ ਬਹੁਤ ਵਧੀਆ ਲੱਗਿਆ ਅੱਜ ਤੁਹਾਡੇ ਨਾਲ ਸਾਰਿਆਂ ਨਾਲ ਵਿਚਾਰ ਆਪਣੇ ਸਾਂਝੇ ਕਰਕੇ, ਤੇ ਅੱਗੇ ਤੋਂ ਵੀ ਤੁਹਾਡੇ ਨਾਲ ਮਿਲਦੇ ਰਹਾਂਗੇ। जी जी बिल्कुल, ओके, हैव अ ग्रेट वन। बाकी पॉडकास्ट बनते रहेंगे और बनेंगे, दबा के बनेंगे। अब देखते हैं, चलो फिर बाय, टेक केयर।